ਆਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਰਸਵਤੀ ਸਿਮਰਨਾ। ਤੀਸ਼ਨ ਮਹਾਕੁਠਾਰ। ਬਿਗਨ ਬਰਿਛ ਕੇ ਬਿਪਨ ਕੋ ਕਰਤ ਸੰਘਾਰ ਸੁਧਾਰ। ਸ੍ਰੀ ਸਰਸਵਤੀ ਸਿਮਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਇਸ ਮਨੁੱਖਾ ਜਨਮ ਦੇ ਕੀਮਤੀ ਸਮੇਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤਾਂ ਨੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਸਰਵਣ ਕੀਤੇ ਹਨ। ਅਰਦਾਸ ਵਿੱਚ ਜੁੜੇ ਹੋ ਪਾਵਨ ਪਵਿੱਤਰ ਹੁਕਮਨਾਮੇ ਸਤਿਗੁਰੂ ਜੀ ਦੇ ਸਰਵਣ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਪਾਵਨ ਪਵਿੱਤਰ ਪਰਮੇਸ਼ਰ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਕੁਝ ਮਹੀਨਿਆਂ ਤੋਂ ਸਰਵਣ ਕਰਦੇ ਆ ਰਹੇ ਹਾਂ। ਜੋ ਮੁੱਢ ਤੋਂ ਹੀ ਪ੍ਰਾਰੰਭ ਕੀਤਾ ਸੀ ਅਤੇ ਮਹਾਰਾਜ ਜੀ ਦੀ ਕਿਰਪਾ ਸਦਕਾ ਹੁਣ ਸੰਪੂਰਨਤਾ ਦੇ ਨੇੜੇ ਤੱਕ ਆ ਗਿਆ ਹੈ। ਥੋੜ੍ਹੇ ਕੁ ਦਿਨਾਂ ਦਾ ਹੀ ਜਿਹੜਾ ਸਤਿਗੁਰੂ ਜੀ ਦਾ ਇਤਿਹਾਸ ਰਹਿ ਗਿਆ ਹੈ ਬਾਕੀ ਦਾ, ਜੋ ਆਪਾਂ ਕਰਮਵਾਰ ਲੜੀਵਾਰ ਰੂਪ ਵਿੱਚ ਕਰਦੇ ਆ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਪ੍ਰੀਖਿਆਵਾਂ ਕਰਕੇ ਸ੍ਰੀ ਪਰਮ ਲਹਿਣਾ ਜੀ ਨੂੰ ਆਪਣੇ ਅੰਗਾਂ ਨਾਲ ਸੁਹਾਗ ਕੇ ਜੱਫੀ ਵਿੱਚ ਲੈ ਕੇ ਅਤੇ ਭਾਈ ਲਹਿਣਾ ਸ੍ਰੀ ਪਰਮ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਰ ਦਿੱਤਾ।
ਗੁਰੂ ਅੰਗਦ ਦੇਵ ਸਾਹਿਬ ਜੀ ਕਰਕੇ 3 ਪ੍ਰਦਖਣਾ ਕਰਕੇ 5 ਪੈਸੇ ਇੱਕ ਨਾਰੀਅਲ ਅੱਗੇ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ। ਸਾਰੀ ਸੰਗਤ ਨੂੰ ਵੀ ਇਹੀ ਕਿਹਾ, ਬਾਬਾ ਬੁੱਢਾ ਸਾਹਿਬ ਜੀ ਸਪੁੱਤਰਾਂ ਆਦਿਕ ਨੂੰ, ਕਿ ਜੋ ਸਾਡੀ ਆਗਿਆ ਦੇ ਅਨੁਸਾਰੀ ਹਨ, ਜੋ ਸਾਡੀ ਆਗਿਆ ਦੇ ਅਨੁਸਾਰੀ ਹਨ, ਜੋ ਸਾਡੇ ਆਗਿਆ ਦੇ ਅਨੁਸਾਰੀ ਹਨ, ਤੇ ਵੀ ਉਹ ਵੀ ਜਿਹੜੇ ਹੈ ਮੱਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਟੇਕਣ। ਜਿਵੇਂ ਸਾਡੇ ਉੱਪਰ ਸ਼ਰਧਾ ਰੱਖਦੇ ਰਹੇ ਹੈ, ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਧਾ ਰੱਖਣ, ਸਾਡੇ ਸਰੂਪ ਜਾਣਨ ਅਤੇ ਇਹਨਾਂ ਨੂੰ ਇਵੇਂ ਮੰਨਣ। ਇਵੇਂ ਸਾਰੀ ਸੰਗਤ ਨੇ ਵਾਰੀ ਵਾਰੀ ਨਾਲ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ, ਭਾਈ ਸੁਧਾਰਨ, ਭਾਈ ਅਜਿੱਤਾ ਜੀ, ਸਾਰੇ ਸਿੱਖਾਂ ਨੇ ਮੱਥਾ ਟੇਕਿਆ ਹੈ। ਗੁਰੂ ਘਰ ਦੇ ਜੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਨੇ ਟੇਕਿਆ। ਕਹਿਣ ਲੱਗੇ, ਪਿਤਾ ਗੁਰੂ ਜੀ, ਤੁਹਾਡੇ ਦਾਸ ਸਾਡੇ ਆਪਣੇ ਘਰ ਦੇ ਸੇਵਕ ਹੋਏ ਹੈ, ਅਸੀਂ ਇਹਨਾਂ ਨੂੰ ਕਿਵੇਂ ਮੱਥਾ ਟੇਕੀਏ? ਸਾਡੇ ਕੋਲ ਇਹ ਜਿਹੜੀ ਨਾ ਕਰਨੇ ਜੋ ਗੱਲ ਉਹ ਬਣਦੀ ਨਹੀਂ ਹੈ, ਅਸੀਂ ਨਹੀਂ ਕਰ ਸਕਦੇ। ਇਵੇਂ ਮੱਥਾ ਨਹੀਂ ਟੇਕਿਆ। ਗੁਰੂ ਸਾਹਿਬ ਜੀ ਨੇ ਚੁੱਪ ਧਾਰਨ ਕਰ ਲਈ। ਫਿਰ ਜਿਹੜੀ ਸਾਰੀ ਸੰਗਤ ਉਹਨਾਂ ਮੱਥਾ ਟੇਕਿਆ, ਸਭ ਬੈਠੇ ਹੋਏ ਸੀ। ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ, ਪੁਰਖਾ, ਤੁਸੀਂ ਹੁਣ ਜੋ ਅਸਾਂ ਨੇ ਗੁਰਬਾਣੀ ਧੁਰ ਕੀ ਉਚਾਰਨ ਕੀਤੀ ਹੈ, ਤੇ ਉਸ ਨੂੰ ਚੁਣ ਚੁਣ ਕੇ ਕਰਮਵਾਰ ਕਰਮ ਤਰਤੀਬਵਾਰ ਜਿਹੜਾ ਹੈ ਅੰਕਿਤ ਸੁਭਾਏਮਾਨ ਕਰੋ, ਸੋਹਣੇ ਢੰਗ ਨਾਲ ਲਿਖਣਾ ਕਰੋ। ਸਭ ਤੋਂ ਪਹਿਲਾਂ ਮੂਲ ਮੰਤਰ ਕਿਹਾ, ਫਿਰ ਦੂਸਰੀਆਂ ਪੌੜੀਆਂ ਉਹ ਲਿਖਵਾਈਆਂ ਕਰਮਵਾਰ ਕਰਮ ਇੱਕ ਨਿਯਮ ਰੂਪ ਵਿੱਚ। ਜਿਸ ਬਾਣੀ ਦਾ ਮਹਾਰਾਜ ਜੀ ਨੇ ਨਾਮ ਜਪ ਸਾਹਿਬ ਰੱਖਿਆ, ਜਿਹਨੂੰ ਜਪਜੀ ਸਾਹਿਬ ਕਿਹਾ ਜਾਂਦਾ ਹੈ। ਕਰਤਾਰਪੁਰੀ ਬੀੜ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਰੱਖਿਆ ਹੈ। ਇਵੇਂ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਜਣਾਈ ਕਿ ਜਿਹੜਾ ਗੁਰੂ ਕਾ ਸਿੱਖ ਹੋ ਕੇ ਜਪਜੀ ਸਾਹਿਬ ਕੰਠ ਨਹੀਂ ਕਰਦਾ, ਉਹ ਗੁਰੂ ਕਾ ਸਿੱਖ ਨਹੀਂ ਹੈ ਅਸਲ ਰੂਪ ਵਿੱਚ। ਜਪਜੀ ਸਾਹਿਬ ਬਾਣੀ ਕੰਠ ਕਰੇ, ਗੁਰੂ ਕਾ ਸਿੱਖ ਹੈ। ਤਾਂ ਰੋਜ਼ ਜਿਹੜਾ ਪਹਿਰ ਰਾਤ ਰਹਿੰਦਿਆਂ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹੇਗਾ, ਉਹਨੂੰ ਬ੍ਰਹਮ ਗਿਆਨ ਪ੍ਰਾਪਤ ਹੋ ਜਾਊਗਾ। ਸੁੱਤੇ ਸਿੱਧ ਦੀ ਮੁਕਤੀ ਹੋ ਜਾਊਗੀ, 84 ਦਾ ਗੇੜ ਕੱਟਿਆ ਜਾਊਗਾ। ਜਿਹੜਾ ਕੋਈ ਇੱਛਾ ਧਾਰ ਕੇ ਮਨ ਚਿੱਤ ਇਕਾਗਰ ਕਰਕੇ ਜਪਜੀ ਸਾਹਿਬ ਪੜ੍ਹੇਗਾ, ਉਹਦੀ ਇੱਛਾ ਪੂਰੀ ਹੋ ਜਾਏਗੀ। ਜੰਤਰ ਮੰਤਰ ਤੰਤਰ ਟੂਣੇ ਟਾਮਣ ਧਾਗੇ ਤਿਵੀ ਤੋਂ ਉਸ ਉੱਪਰ ਕੰਮ ਨਹੀਂ ਕਰਨਗੇ ਜਿਹੜਾ ਜਪਜੀ ਸਾਹਿਬ ਪੜ੍ਹੇਗਾ। ਇਹ ਜਪਜੀ ਸਾਹਿਬ ਦੀ ਮਹਾਨਤਾ ਸਤਿਗੁਰੂ ਜੀ ਨੇ ਜਣਾਈ। ਕਵੀ ਸਾਹਿਬ ਜੀ ਨੇ ਆਪਣੇ ਵੱਲੋਂ ਜਪਜੀ ਸਾਹਿਬ ਦੀ ਬਹੁਤ ਬਹੁਤ ਮਹਿਮਾ ਗਾਈ। ਉਹ ਪ੍ਰਸੰਗ ਆਪਾਂ ਕੱਲ੍ਹ ਵਿਸਥਾਰ ਨਾਲ ਸਰਵਣ ਕਰ ਲਿਆ ਸੀ। ਜਿਵੇਂ ਗੁਰੂ ਸਾਹਿਬ ਜੀ ਨੇ ਅੱਗੇ ਉਪਦੇਸ਼ ਕੀਤਾ ਹੈ, ਬਾਬਾ ਬੁੱਢਾ ਸਾਹਿਬ ਜੀ ਆਦਿਕ ਸਿੱਖ ਬੈਠੇ ਹੋਏ ਸੀ ਸੰਗਤ। ਪਹਿਲਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਪੁਰਖਾ, ਹੁਣ ਸਾਡੀ ਆਗਿਆ ਹੈ ਕਿ ਤੁਸੀਂ ਜਿਹੜਾ ਸ੍ਰੀ ਖਡੂਰ ਸਾਹਿਬ ਆਪਣੇ ਨਗਰ ਚਲੇ ਜਾਓ, ਅਸੀਂ ਉੱਥੇ ਆ ਕੇ ਤੁਹਾਨੂੰ ਦਰਸ਼ਨ ਦਿਆਂਗੇ। ਫਿਰ ਸੰਗਤ ਨੂੰ ਉਪਦੇਸ਼ ਕੀਤਾ ਕਿ ਭਾਈ, ਜਿਹੜਾ ਮਨੁੱਖ ਜਨਮ ਮਿਲਿਆ ਬੜਾ ਹੀ ਅਮੋਲਕ ਮਿਲਿਆ ਹੈ। ਇਹਦੇ ਵਿੱਚ ਜਵਾਨੀ ਵੀ, ਬਚਪਨਾ ਵੀ, ਬੁਢੇਪਾ ਵੀ, ਇਹ ਸਾਰੇ ਵਾਹਿਗੁਰੂ ਦਾ ਸਿਮਰਨ ਕਰਨ ਲਈ ਬੜੇ ਲਾਹੇਵੰਦ ਹੈ। ਇਸ ਕਰਕੇ ਬਚਪਨਾ, ਜਵਾਨੀ, ਬੁਢੇਪਾ ਕਿਤੇ ਸਿਮਰਨ ਤੋਂ ਬਿਨਾਂ ਨਾ ਨਿਕਲ ਜਾਏ, ਕਿਉਂਕਿ ਜਿਹੜੀ 84 ਲੱਖ ਜੂਨ ਤੋਂ ਬਾਅਦ ਇਹ ਜੂਨ ਮਿਲਦੀ ਨਹੀਂ, ਅਤੇ ਬਾਅਦ ਵਿੱਚ ਹੱਥ ਨਹੀਂ ਆਏਗੀ। ਉਹ ਜਿਵੇਂ ਮਨੁੱਖ ਜਨਮ ਦਾ ਲਾਹਾ
ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਿਲਤ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਉਸ ਮਨੁੱਖ ਜਨਮ ਦੀ ਮਹਿਮਾ ਕਰਦੇ ਹੋਏ ਸਤਿਗੁਰੂ ਮਹਾਰਾਜ ਇਸ ਪ੍ਰਸੰਗ ਵਿੱਚ ਸਾਰੇ ਉਪਦੇਸ਼ ਸਿੱਖਾਂ ਪ੍ਰਤੀ ਕਰਨਗੇ। ਜਿਵੇਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਆ ਰਹੀ ਹੈ ਵਿਸਥਾਰ ਨਾਲ, ਆਓ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਦੇ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਦਾ ਜਾਪ ਕਰੋ, ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਰਸਵਤੀ ਸਿਮਰਨਾ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਜੋ ਕਵਿਤਾ ਦੀ ਸ਼ਕਤੀ ਹੈ, ਦਾਤੀ ਹੈ, ਜੋ ਕਮੀਆਂ ਦੀ ਸੰਕੇਤ ਮਰਿਆਦਾ ਦਾ ਮੰਗਲ ਉਹ ਕਰਦੇ ਹੈ ਕਿ ਸ਼੍ਰੀ ਜੋ ਸ਼੍ਰੋਮਣੀ ਸਰਸਵਤੀ ਸਾਰਦਾ ਜੋ ਕਵਿਤਾ ਦੀ ਦਾਤੀ ਸ਼ਕਤੀ ਮੰਨੀ ਗਈ ਹੈ, ਇਹਦਾ ਜੋ ਸਿਮਰਨ ਕਰਨਾ, ਇਹਨੂੰ ਯਾਦ ਕਰਨਾ ਹੈ। ਈਸ਼ਨ ਮਹਾਕੁਠਾਰ, ਇਹ ਤੇ ਬੜਾ ਹੀ ਜਿਹੜਾ ਨਾ ਤਿੱਖਾ ਕੁਹਾੜਾ ਹੈ। ਜਿਵੇਂ ਤਿੱਖਾ ਕੁਹਾੜਾ ਹੋਵੇ, ਉਹ ਰੁੱਖ ਵੱਢਦਾ ਹੀ ਟੁੱਕਦਾ ਹੀ ਜਾਂਦਾ ਹੈ। ਬਿਗਨ ਬਰਿਛ ਕੇ ਬਿਪਨ ਕੋ, ਜਿਹੜੇ ਕਵੀਆਂ ਦੇ ਵਿਘਨ ਹੈ, ਕੋਈ ਕਾਵ ਰਚਨਾ ਕਰਦਿਆਂ ਕਵਿਤਾ ਲਿਖਦਿਆਂ ਹੁੰਦੇ ਹੈ, ਵਿਘਨ ਪੈਂਦੇ ਹੈ, ਉਹ ਵਿਘਣਾ ਰੂਪੀ ਬ੍ਰਿਛਾਂ ਦੇ ਜੰਗਲ ਨੂੰ ਕਰਤ ਸੰਘਾਰ ਸੁਧਾਰ, ਬੜਾ ਬਣਾ ਸਵਾਰ ਕੇ ਤੇ ਇਹ ਜਿਹੜਾ ਹੈ ਸਰਸਵਤੀ ਸਾਰਦਾ ਕਵਿਤਾ ਦੀ ਦਾਤੀ ਦਾ ਸਿਮਰਨ ਕਰਨਾ, ਯਾਦ ਕਰਨਾ, ਇਹ ਬੜਾ ਤਿੱਖਾ ਕੁਹਾੜਾ ਹੈ। ਵਿਘਣਾ ਰੂਪੀ ਬ੍ਰਿਛ ਨੂੰ ਸੰਘਾਰ ਕਰਦਾ, ਨਾਸ ਕਰਦਾ ਬੜੀ ਚੰਗੀ ਤਰ੍ਹਾਂ। ਇਸੇ ਤਰ੍ਹਾਂ ਹੀ ਪਰਮਾਰਥ ਦਾ ਮੰਗਲ ਇਹ ਗੁਰਬਾਣੀ ਦਾ ਮੰਗਲ ਹੈ। ਸ੍ਰੀ ਸਰਸਵਤੀ ਸਿਮਰਨਾ, ਕਿ ਸ੍ਰੀ ਜੋ ਸ਼੍ਰੋਮਣੀ ਸਰਸ ਕਹੀਏ ਬਹੁਤ ਮਹਾਨ ਹੈ, ਸ੍ਰੇਸ਼ਟ ਗਿਆਨ। ਉਹ ਕਿਹੜਾ ਹੈ? ਬ੍ਰਹਮ ਗਿਆਨ। ਜੋ ਬ੍ਰਹਮ ਗਿਆਨ ਨੂੰ ਸਥਿਤ ਕਰਨ ਵਾਲੀ ਹੈ ਧੁਰ ਕੀ ਗੁਰਬਾਣੀ, ਸੱਚ ਕੀ ਬਾਣੀ, ਇਹਦਾ ਜੋ ਸਿਮਰਨ ਕਰਨਾ, ਯਾਦ ਕਰਨਾ ਵਾਰ ਵਾਰ। ਤੀਸ਼ਨ ਮਹਾਕੁਠਾਰ, ਇਹ ਬਹੁਤ ਤਿੱਖਾ ਕੁਹਾੜਾ ਹੈ ਜਿਹੜਾ ਗੁਰਬਾਣੀ ਨੂੰ ਬਾਰ ਬਾਰ ਯਾਦ ਕਰਨਾ ਹੈ, ਪੜ੍ਹਨਾ ਹੈ। ਬਿਗਨ ਬਰਿਛ ਕੇ ਬਿਪਨ ਕੋ, ਜੋ ਤਰ੍ਹਾਂ ਤਰ੍ਹਾਂ ਦੇ ਵਿਘਨ, ਵਿਘਣਾ ਰੂਪੀ ਬ੍ਰਿਛਾਂ ਦੇ, ਇਹ ਵਿਘਨ ਕੀ ਹੈ? ਬ੍ਰਿਛ ਹੈ। ਵਿਘਣਾ ਰੂਪੀ ਬ੍ਰਿਛਾਂ ਦੇ ਜੰਗਲ ਨੂੰ ਗੁਰਬਾਣੀ ਕਰਤ ਸੰਘਾਰ ਸੁਧਾਰ, ਤਿੱਖੇ ਕੁਹਾੜੇ ਦੀ ਨਿਆਈ ਹੋ ਕੇ ਬੜੀ ਬਣਾ ਸਵਾਰ ਕੇ ਨਾਸ ਕਰਦੀ ਹੈ ਵਿਘਣਾ ਰੂਪੀ ਜੰਗਲ ਨੂੰ। ਇਵੇਂ ਗੁਰਬਾਣੀ ਦਾ ਸਿਮਰਨ ਕਰਨਾ ਚਾਹੀਦਾ, ਵੱਧ ਤੋਂ ਵੱਧ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ, ਯਾਦ ਕਰਨੀ ਚਾਹੀਦੀ ਹੈ। ਜੋ ਭਈ ਬਾਹਰੋ ਕਿਤਕ ਬਿਤਾਇਓ ਕਾਲਾ, ਫਿਰ ਇਵੇਂ ਕੁਝ ਕੁ ਸਮਾਂ ਹੋਰ ਲੰਘਾਇਆ ਹੈ। ਇਹ ਕੁਝ ਕੁ ਕਿਤਕ ਬਿਤਾਇਓ, ਕਵੀ ਜੀ ਨੇ ਲਿਖਿਆ ਕਿਤਕ ਇਹ ਨਹੀਂ ਵੀ ਬਹੁਤ ਸਮਾਂ, ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ 5 ਦਿਨ ਪਹਿਲਾਂ ਗੁਰਤਾ ਬਖਸ਼ੀ ਹੈ, ਗੁਰਿਆਈ ਦਾ ਤਿਲਕ ਦਿੱਤਾ ਹੈ। ਐਵੇਂ ਫਿਰ ਜਦੋਂ ਇੱਕ ਅੱਧਾ ਦਿਨ ਹੀ ਬੀਤਿਆ ਹੈ, ਸਮਾਂ ਬੀਤਿਆ ਹੈ। ਸ੍ਰੀ ਨਾਨਕ ਜੀ ਪਰਮ ਕਿਰਪਾਲਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਬਹੁਤ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਜੀ ਹੈ। ਇੱਕ ਦਿਨ ਅੰਗਦ ਸੰਗ ਬਖਾਨਾ, ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਜੀ ਨਾਲ ਕਿਹਾ, ਤੁਮ ਅਬ ਗਮਨ ਆਪਨ ਸਥਾਨਾ, ਵੀ ਗੁਰੂ ਅੰਗਦ ਦੇਵ ਜੀ ਹੁਣ ਨਾਮ ਜੂ ਰੱਖ ਦਿੱਤਾ, ਜਾਂ ਪੁਰਖਾ ਕਹਿੰਦੇ ਸਨ ਮਹਾਰਾਜ ਕਿ ਤੁਸੀਂ ਹੁਣ
ਆਪਣੇ ਸਥਾਨ ਭਾਵ ਖਡੂਰ ਸਾਹਿਬ ਨੂੰ ਚਲੇ ਜਾਓ। ਇਹਾਂ ਨਾ ਰਹੀਏ ਆਇਸ ਇਹੀ। ਸਾਡੀ ਇਹੀ ਆਗਿਆ ਵੀ ਹੁਣ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਸਾਡੇ ਪਾਸ ਨਾ ਰਹੀਏ, ਸਮਾ ਸਮੀਪ ਤਜੋ ਨਿਜ ਦੇਹੀ। ਕਿਉਂਕਿ ਅਸਾਂ ਨੇ ਜਿਹੜਾ ਆਪਣੀ ਦੇਹ ਸਰੀਰੋਂ ਛੱਡ ਦੇਣਾ, ਸਮਾਂ ਕੋਲ ਹੀ ਹੈ, ਨੇੜੇ ਹੀ ਹੈ। ਦਿਨ ਥੋੜੇ ਹੀ ਹਿਰਦੇ ਲਖੀਜਾ। ਪੁਰਖਾ ਥੋੜੇ ਦਿਨ ਹੀ ਹਿਰਦੇ 'ਚ ਜਾਣ ਲਓ, ਭਾਵ 2-3 ਦਿਨ ਹੀ ਬਾਕੀ ਦੇ ਰਹਿ ਗਏ ਹਨ। ਗ੍ਰਾਮ ਖਡੂਰ ਪਿਆਨੋ ਕੀਜਾ। ਤੁਸੀਂ ਆਪਣੇ ਅਸਥਾਨ ਜਿੱਥੇ ਤੁਹਾਡੇ ਘਰ ਸਥਾਨ ਹੈ ਖਡੂਰ ਨਗਰ ਵਿੱਚ, ਉੱਥੇ ਚੱਲਣਾ ਕਰੋ, ਚਲੇ ਜਾਣਾ ਕਰੀਏ। ਸੁਨ ਅੰਗਦ ਬੰਦੇ ਦੁਹਾਥਾ। ਸਤਿਗੁਰ ਜੀ ਤੋਂ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੋਨੋਂ ਹੀ ਹੱਥ ਜੋੜੇ ਐ। ਬੋਲਿਓ ਬਚਨ ਲਾਏ ਪਦ ਮਾਥਾ। ਆਪਣਾ ਜਿਹੜਾ ਮਸਤਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਲਾ ਕੇ ਤੇ ਬਚਨ ਬੋਲੇ ਆ ਗੁਰੂ ਅੰਗਦ ਦੇਵ ਸਾਹਿਬ ਜੀ। ਰਾਵਰ ਕੀਰ ਜਾਏ ਮਮ ਸੀਸਾ। ਗੁਰੂ ਮਹਾਰਾਜ ਜੀ ਆਪ ਜੀ ਦੀ ਆਗਿਆ ਸਾਡੇ ਸੀਸ ਉੱਪਰ ਹੈ, ਖਿੜੇ ਮੱਥੇ ਮੰਨਦੇ ਆ। ਏਕ ਅਵਰ ਬੂਝੋ ਜਗਦੀਸਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਇੱਕ ਅਸੀਂ ਬਚਨ ਹੋਰ ਤੁਹਾਨੂੰ ਇੱਕ ਪੁੱਛਣਾ ਚਾਹੁੰਦੇ, ਪੁੱਛਦੇ ਆ ਜੀ। ਤਿਆਗਨ ਤਨ ਕੋ ਸਮਾਜੇ ਆਹੀ। ਕਿ ਉਹ ਇਹ ਬਚਨ ਹੈ ਮਹਾਰਾਜ ਵੀ ਜਦੋਂ ਤੁਸਾਂ ਨੇ ਸਰੀਰ ਛੱਡਣਾ ਹੈ, ਉਸ ਸਮੇਂ ਤਬ ਦਰਸਾਂ ਮੈਂ ਆਏ ਕੇ ਨਾਹੀ। ਜਦੋਂ ਤੁਸਾਂ ਨੇ ਜਿਸ ਸਮੇਂ ਆਪਣਾ ਸਰੀਰ ਛੱਡਣਾ ਹੈ ਮਹਾਰਾਜ, ਉਸ ਸਮੇਂ ਮੈਂ ਵੀ ਇੱਥੇ ਆ ਕੇ ਕਰਤਾਰਪੁਰ ਸਾਹਿਬ ਤੁਹਾਡਾ ਦਰਸ਼ਨ ਕਰਾਂ ਕਿ ਨਾ ਕਰਾਂ। ਆਇਸ ਦੇਹੋ ਤਉ ਆਉ ਸਮੀਪਾ। ਜੇ ਆਪ ਜੀ ਆਗਿਆ ਦਿਓ ਤੇ ਫਿਰ ਮੈਂ ਤੁਹਾਡੇ ਕੋਲ ਇੱਥੇ ਸਤਿਗੁਰ ਜੀ ਸਰੀਰ ਤਿਆਗਣ ਸਮੇਂ ਫਿਰ ਵਾਪਸ ਆ ਜਾਵਾਂਗਾ। ਸੁਨ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਸੁਣ ਕੇ ਬੋਲੇ ਹੈ। ਤੁਮ ਨਹ ਆਵੋ ਤਬ ਇਤ ਪਾਸਾ। ਗੁਰੂ ਮਹਾਰਾਜ ਨੇ ਕਿਹਾ, ਪੁਰਖਾ ਤੁਸੀਂ ਨਾ ਇੱਥੇ ਸਾਡੇ ਪਾਸ ਇਸ ਪਾਸੇ ਭਾਵ ਕਰਤਾਰਪੁਰ ਸਾਹਿਬ ਦੇ ਪਾਸੇ ਨਾ ਆਇਓ। ਹਮ ਆਵਹਿਗੇ ਤੁਮਰੇ ਪਾਸਾ। ਅਸੀਂ ਆਪ ਹੀ ਜਿਹੜਾ ਤੁਹਾਡੇ ਪਾਸ ਗੁਪਤ ਰੂਪ ਵਿੱਚ ਆਵਾਂਗੇ। ਜਿਸ ਬਿਦ ਕੋ ਨਹ ਸਕਹ ਲਖਾਈ। ਜਿਸ ਵਿਧੀ ਢੰਗ ਨੂੰ ਕੋਈ ਜਾਣ ਨਹੀਂ ਸਕੇਗਾ, ਅਸੀਂ ਗੁਪਤ ਰੂਪ ਵਿੱਚ ਹੀ ਆਵਾਂਗੇ। ਤਿਉ ਤਬ ਆਏ ਮਿਲਾ ਤੁਜ ਤਾਈ। ਜਿਸ ਵਿਧੀ ਨੂੰ ਕੋਈ ਜਾਣ ਨਾ ਸਕੇ, ਤਿਵੇਂ ਅਸੀਂ ਪੁਰਖਾ ਤੇਰੇ ਤਾਈਂ ਆ ਕੇ ਮਿਲਾਂਗੇ, ਭਾਵ ਆਪਣੀ ਜੋਤ ਤੁਹਾਡੇ ਵਿੱਚ ਲੀਨ ਕਰ ਦਿਆਂਗੇ। ਸੁਨ ਕੈ ਸ੍ਰਵਨ ਬਚਨ ਜਗ ਗੁਰ ਕੇ। ਜਗਤ ਦੇ ਗੁਰੂ ਜੋ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਬਚਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਸਰਵਣਾ ਵਿੱਚ ਧਿਆਨ ਨਾਲ ਸੁਣ ਕੇ ਚੱਲਿਓ ਨਾ ਚਾਹਤ ਨਕੇਤ ਬਿਸ਼ਰਕਾ। ਮਹਾਰਾਜ ਜੀ ਤੋਂ ਵਿਛੜ ਕੇ ਘਰ ਵੱਲ ਤੇ ਚੱਲਿਆ ਨਹੀਂ ਚਾਹੁੰਦੇ। ਤਦ ਪਰ ਜਾਏ ਅਮੋਰ ਸੋ ਪ੍ਰਾਨ ਜਿਹਾ। ਜਿਸ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਹ ਪ੍ਰਤੱਗਿਆ ਪੁਰਾਣੀ ਕੀਤਾ, ਫਿਰ ਵੀ ਕਿ ਮਹਾਰਾਜ ਜੀ ਦੀ ਜਿਹੜੀ ਆਗਿਆ ਨਾ ਉਹ ਨਹੀਂ ਕਦੀ ਮੋੜਨੀ ਹੈ, ਮਹਾਰਾਜ ਦਾ ਹੁਕਮ ਨਹੀਂ ਮੋੜਨਾ, ਜੋ ਵੀ ਉਹ ਹੋਵੇ। ਭਾਇਓ ਤਿਆਰ ਚਲਨ ਕੋਸ਼ਨ ਤਿਹਾ। ਉਸੇ ਸਮੇਂ ਹੀ ਵੀ ਗੁਰੂ ਸਾਹਿਬ ਕੀ ਆਗਿਆ ਹੋ ਗਈ ਹੈ, ਗੁਰੂ ਅੰਗਦ ਦੇਵ ਮਹਾਰਾਜ ਤਖਤਾਂ ਦੇ ਬਿਰਾਜਮਾਨ ਹੋ ਗਏ ਹੈ, ਚੱਲਣ ਲਈ ਫਿਰ ਵੀ ਉਸੇ ਵੇਲੇ ਤਿਆਰ ਹੋ ਗਏ ਹੈ। ਉਂਝ ਕਿਹਾ ਜਾਂਦਾ ਵੀ ਪਰਮੇਸ਼ਰ ਇੱਕੋ ਹੀ ਹੈ, ਪਰ ਸਾਧ ਸੰਗਤ ਜੀ ਉਸ ਵੇਲੇ ਵੇਖ ਲਓ ਕੜਾ ਵਰਤੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਵੀ ਪਰਮੇਸ਼ਰ ਰੂਪ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਰਮੇਸ਼ਰ ਰੂਪ, ਦੋ ਰੱਬ ਉਸ ਵੇਲੇ ਹੋ ਗਏ। ਸੰਗਤ ਜਿਹੜੀ ਦਰਸ਼ਨ ਕਰਦੀ ਹੋਊਗੀ, ਕਿੰਨੇ ਭਾਗ ਚੰਗੇ ਹੋਣਗੇ ਉਹਨਾਂ ਦੇ, ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਐਸੇ ਸਤਿਗੁਰਾਂ ਦੇ, ਦੋਨਾਂ ਸਤਿਗੁਰਾਂ ਦੇ ਸਰੂਪ ਦੇਖੇ ਹੈ ਇਕੱਠੇ ਹੀ। ਉਸ ਸ਼ੇਨੀ ਗੁਰੂ ਅੰਗਦ ਦੇਵ ਮਹਾਰਾਜ ਜੀ ਚੱਲਣ ਲਈ ਤਿਆਰ ਹੋ ਗਏ। ਅਧੀਨ ਕਰਹਿ ਅਸ਼ਟਾਂਗਮ। ਬੜੇ ਅਧੀਨ ਹੋ ਕੇ ਮਨ ਜਿਹਾ ਭਰਿਆ ਹੋਇਆ, ਜੀ ਨਹੀਂ ਕਰਦਾ ਜਾਣ ਨੂੰ, ਪਰ ਫਿਰ ਵੀ ਗੁਰੂ ਸਾਹਿਬ ਕੀ ਆਗਿਆ ਹੈ,
ਅੱਠੇ ਆਂਗੀ ਥੱਲੇ ਲਾ ਕੇ ਡੰਡੌਤ ਬੰਦਨਾ ਕੀਤੀ ਹੈ। ਬੰਦਹ ਚਰਨ ਕਵਲ ਅਨੁਰਾਗੰ। ਬਹੁਤ ਪ੍ਰੇਮ ਪਿਆਰ ਵਿੱਚ ਆ ਕੇ ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਮਨ ਸਾਂਪਿਓ ਗੁਣ ਖਾਨੀ ਪਾਸੋ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਹੜਾ ਆਪਣਾ ਮਨ ਹੈ ਉਹ ਤੇ ਗੁਣਾਂ ਦੀ ਖਾਣ ਸਤਿਗੁਰੂ ਪਾਸ ਹੀ ਸੌਂਪ ਦਿੱਤਾ, ਇੱਥੇ ਹੀ ਛੱਡ ਦਿੱਤਾ ਕਰਤਾਰਪੁਰ ਸਾਹਿਬ ਹੀ। ਤਨ ਗਮਨਿਆ ਜਿਤ ਦਿਸ਼ਾ ਅਵਾਸੋ। ਤੇ ਆਪਣਾ ਸਰੀਰ ਲੈ ਕੇ ਉਧਰ ਚੱਲ ਪਏ ਜਿਸ ਤਰਫ ਆਪਣਾ ਘਰ ਹੈ। ਸਰੀਰ ਖਡੂਰ ਸਾਹਿਬ ਵੱਲ ਨੂੰ ਚੱਲ ਪਿਆ ਤੇ ਮਨ ਕਰਤਾਰਪੁਰ ਸਾਹਿਬ ਹੀ ਛੱਡ ਦਿੱਤਾ ਮਹਾਰਾਜ ਜੀ ਨੇ। ਦੋਹਰਾ ਵਿਦਾ ਹੋਏ ਜਗ ਗੁਰੂ ਤੇ। ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਲੈ ਕੇ ਵਿਦਾ ਹੋਏ ਹੈ। ਸ੍ਰੀ ਅੰਗਦ ਸੁਖ ਰਾਸ। ਜੋ ਸੁੱਖਾਂ ਦੀ ਪੂੰਜੀ ਹੈ, ਜੋ ਸਾਰੇ ਸੁੱਖਾਂ ਦੀ ਰਾਸ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ। ਸਨੇ ਸਨੇ ਆਵਤ ਭਏ। ਸਹਿਜੇ ਸਹਿਜੇ ਮਹਾਰਾਜ ਆ ਗਏ। ਗ੍ਰਾਮ ਖਡੂਰ ਆਵਾਸ। ਖਡੂਰ ਸਾਹਿਬ ਨਗਰ ਦੇ ਵਿੱਚ ਆਪਣੇ ਘਰ ਵਿੱਚ ਮਹਾਰਾਜ ਚੱਲਦੇ ਚੱਲਦੇ ਹੌਲੀ ਹੌਲੀ ਆ ਪਹੁੰਚੇ। ਚੌਪਈ ਮਿਲ ਹੈ ਤਬ ਹੈ ਸਗਰੇ ਨਰ ਆਈ। ਉਸ ਵੇਲੇ ਖਡੂਰ ਸਾਹਿਬ ਦੇ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹਨਾਂ ਨੂੰ ਤੇ ਹੁਣ ਪਤਾ ਨਹੀਂ ਸੀ ਵੀ ਸ਼੍ਰੀ ਪਰਮ ਲਹਿਣਾ ਜੀ ਵਾਪਸ ਆ ਗਏ ਕਰਤਾਰਪੁਰ ਸਾਹਿਬ ਸੇਵਾ ਕਰਕੇ। ਸਾਰੇ ਜਿਹੜੇ ਆ ਮਿਲ ਮਿਲ ਕੇ ਤਦੋਂ ਆ ਰਹੇ ਹੈ। ਬੰਦਾ ਕੁਸ਼ਲ ਬੂਝ ਹਰ ਖਾਈ। ਮਹਾਰਾਜ ਜੀ ਦੇ ਚਰਨਾਂ ਪਰ ਆਣ ਕੇ ਮੱਥੇ ਟੇਕਦੇ ਆ ਤੇ ਖੁਸ਼ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਖ ਸਾਂਦ ਰਾਜੀ ਖੁਸ਼ੀ ਪੁੱਛਦੇ ਐ। ਜਥਾ ਜੋਗ ਆਦਰ ਸਭ ਹੀ ਕਾ। ਜਥਾ ਜੋਗ ਜਿਸ ਤਰ੍ਹਾਂ ਜੋਗ ਬਣਦਾ ਵੱਡੇ ਛੋਟੇ ਬਰਾਬਰ ਦੇ ਦਾ ਆਦਰ ਕਰਨਾ, ਸਾਰਿਆਂ ਦਾ ਆਦਰ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਕਰਤ ਭਏ ਤੇਹਨ ਕੁਲ ਟੀਕਾ। ਤੇ ਰਹਿਣਾ ਦੀ ਕੁਲ ਦੇ ਟਿੱਕਾ ਸ਼੍ਰੋਮਣੀ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਸਭ ਦਾ ਆਦਰ ਜਥਾ ਜੋਗੀ ਕਰ ਰਹੇ ਸੀ। ਸਗਲੀ ਕਲਾ ਵਿਸਾਲ ਦੁਰਾਈ। ਸਾਰੀ ਜਿਹੜੀ ਤਾਕਤ ਗੁਰੂ ਨਾਨਕ ਸਾਹਿਬ ਜੀ ਤੋਂ ਪਾਈ ਬਹੁਤ ਤਕੜੀ, ਉਹ ਤੇ ਛਪਾਈ ਹੋਈ ਹੈ। ਨਹ ਕਿਸ ਕੇ ਸੰਗ ਕਬਹਿ ਜਨਾਈ। ਕਿਸੇ ਦੇ ਨਾਲ ਕਦੀ ਕੋਈ ਆਪਣੀ ਤਾਕਤ ਜਣਾਈ ਨਹੀਂ ਹੈ ਵੀ ਅਸੀਂ ਤੇ ਗੁਰੂ ਬਣ ਕੇ ਖਡੂਰ ਸਾਹਿਬ ਆਏ ਹੋਏ ਹਾਂ। ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਮ ਗਿਆਨ ਦੇ ਖਜ਼ਾਨੇ ਬਖਸ਼ ਦਿੱਤੇ ਹੈ, ਬ੍ਰਹਮੰਡਾਂ ਦੇ ਮਾਲਕ ਬਣਾ ਦਿੱਤਾ ਹੈ। ਤਿੰਨਾਂ ਲੋਕਾਂ ਦੇ ਅਸੀਂ ਮਾਲਕ ਹਾਂ। ਹਰਨ ਭਰਨ ਜਾਗਾ ਨੇਤਰ ਹੋਰ ਸਾਡੀ ਹੁਣ ਐਸੀ ਅਵਸਥਾ ਅਸੀਂ ਸਾਰੇ ਤਿੰਨਾਂ ਲੋਕਾਂ ਨੂੰ ਪਾਲਦੇ ਹਾਂ, ਤਿੰਨਾਂ ਲੋਕਾਂ ਨੂੰ ਹੀ ਸੰਘਾਰ ਕਰਦੇ ਹਾਂ, ਤਿੰਨਾਂ ਦੀ ਉਤਪਤੀ ਕਰਦੇ ਹਾਂ ਵੀ ਇੰਨੀ ਖੰਡਾਂ ਬ੍ਰਹਮੰਡਾਂ ਦੇ ਮਾਲਕ ਅਸੀਂ ਹੋ ਗਏ ਹਾਂ। ਇਹ ਜਿਹੜੀ ਤਾਕਤ ਪਾਈ ਹੈ ਕਿਸੇ ਦੇ ਨਾਲ ਕਦੀ ਨਹੀਂ ਜਣਾਈ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਜੋ ਹਿਰਦੇ ਕਰ ਬਹੁ ਜਗਿਆਸਾ। ਇੱਧਰੋਂ ਖਡੂਰ ਸਾਹਿਬ ਵਿੱਚੋਂ ਜੋ ਵੀ ਬਹੁਤ ਜਗਿਆਸਾ ਭਾਵ ਰੱਖ ਕੇ ਇੱਛਾ ਹਿਰਦੇ 'ਚ ਕਰਕੇ ਆਉਂਦਾ ਹੈ, ਆਏ ਕਰ ਹੈ ਸੇਵਾ ਤਿਨ ਪਾਸਾ। ਗੁਰੂ ਅੰਗਦ ਦੇਵ ਮਹਾਰਾਜ ਜੀ ਪਾਸ ਆ ਕੇ ਤੇ ਸੇਵਾ ਕਰਦਾ ਸ਼ਰਧਾ ਭਾਵਨਾ ਨਾਲ। ਤਬ ਉਪਦੇਸ ਹਿਤ ਕਲਿਆਣਾ। ਉਸ ਦੀ ਕਲਿਆਣ ਵਾਸਤੇ ਤਦੋਂ ਉਪਦੇਸ਼ ਦਿੰਦੇ, ਭਾਈ ਅੰਮ੍ਰਿਤ ਵੇਲੇ ਪਹਿ ਰਾਤ ਹੁੰਦਿਆਂ ਉੱਠਣਾ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਨਾ, ਗੁਰ ਮੰਤਰ ਜਪਣਾ ਹੈ, ਮੂਲ ਮੰਤਰ ਪੜ੍ਹਨਾ ਹੈ। ਪਰੇ ਕੋ ਬੰਧਨ ਕਰ ਹੈ ਹਾਨਾ। ਜਿਹੜੇ ਖੋਟੇ ਬੰਧਨ ਮੋਹ ਮਮਤਾ ਦੇ ਸੰਸਾਰੀ ਪਏ ਹੋਏ ਆ ਉਹਨਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨਾਸ ਕਰਦੇ, ਦੂਰ ਕਰਦੇ ਆ ਉਪਦੇਸ਼ ਦੇ ਕੇ। ਨਿਜ ਪ੍ਰਤਾਪ ਜੋ ਸਰਬ ਛਪਾਵਾ। ਜੋ ਆਪਣਾ ਤੇਜ ਪ੍ਰਤਾਪ ਉਹਦੇ ਸਾਰਾ ਛਪਾਇਆ ਲੁਕਾਇਆ ਹੋਇਆ ਹੈ। ਸੂਰਜ ਮਨਹਾ ਬੀਚ ਘਟ ਪਾਵਾ। ਮਾਨੋ ਜਿਵੇਂ ਕਿਸੇ ਨੇ ਸੂਰਜ ਨੂੰ ਘੜੇ ਵਿੱਚ ਹੀ ਪਾ ਲਿਆ ਹੋਵੇ ਬੰਦ ਕਰਕੇ, ਇਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣਾ ਜਿਹੜਾ ਤੇਜ ਪ੍ਰਤਾਪ ਸੂਰਜ ਦੀ ਨਿਆਈ ਹੈ ਉਹਨੂੰ ਹਿਰਦੇ ਰੂਪੀ ਘੜੇ ਵਿੱਚ ਹੀ ਛਪਾ ਪਾ ਲਿਆ ਹੈ। ਕਿਨਹੁ ਨਾ ਅਜਰ ਜਰਿਓ ਇਨ ਜੈਸੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਸ ਤਰ੍ਹਾਂ ਅਜਰ ਨੂੰ ਜਰਿਆ ਨਾ, ਕਿਸੇ ਨੇ ਇਸ ਤਰ੍ਹਾਂ ਨਹੀਂ ਜਰਿਆ ਹੈ। ਭਾਵ ਜੋ ਨਾ ਜਰੀ ਜਾਣ ਵਾਲੀ ਚੀਜ਼ ਨੂੰ ਜਰ ਲੈਣਾ, ਇਹ ਗੁਰੂ ਅੰਗਦ ਦੇਵ ਮਹਾਰਾਜ ਦੇ ਹਿੱਸੇ ਆਇਆ ਹੈ।
ਵੀ ਤਾਕਤ ਹੋਵੇ, ਸ਼ਕਤੀ ਹੋਵੇ ਤੇ ਉਹਨੂੰ ਛੁਪਾ ਕੇ ਬੈਠੇ ਰਹਿਣਾ, ਇਹ ਸਭ ਦੇ ਵੱਸ ਨਹੀਂ ਹੈ। ਇਹ ਥੋੜ੍ਹੀ ਜਿਹੀ ਕਦੇ ਤਾਕਤ ਆ ਜੇ ਤੇ ਬੰਦਾ ਦੂਜਿਆਂ ਨੂੰ ਢਾਹ ਮਾਰਦਾ। ਤੇ ਇਹ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਹੈ ਜਿਨ੍ਹਾਂ ਨੇ ਅਜਰ ਨੂੰ ਜਰਿਆ ਵੀ ਨਹੀਂ ਸ਼ਕਤੀ ਪਾ ਲਈ ਹੈ, ਤੇ ਖਡੂਰ ਸਾਹਿਬ ਵਿੱਚ ਆ ਕੇ ਚੁੱਪ ਕੀਤੇ ਹੋਏ, ਕਿਸੇ ਨੂੰ ਕੁਝ ਨਹੀਂ ਕਹਿੰਦੇ ਵੀ ਅਸੀਂ ਤੇ ਸਭ ਕੁਝ ਕਰ ਸਕਦੇ ਹਾਂ, ਸ਼ਾਂਤ ਹੀ ਮਹਾਰਾਜ ਰਹਿੰਦੇ ਆ। ਕਵੀ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਅਜਰ ਨੂੰ ਜਰਿਆ ਹੈ, ਕਿਸੇ ਨੇ ਨਹੀਂ ਐਵੇਂ ਅਜਰ ਨੂੰ ਜਰਿਆ। ਤੀਨ ਕਾਲ ਮਹਿ ਭਇਓ ਨਾ ਆਸੇ, ਤਿੰਨਾਂ ਸਮਿਆਂ ਵਿੱਚ ਹੀ ਕੋਈ ਐਸਾ ਨਹੀਂ ਹੋਇਆ ਅਜਰ ਨੂੰ ਜਰਨ ਵਾਲਾ। ਨਹੀਂ ਤੇ ਮਾੜੀ ਮਾੜੀ ਗੱਲ ਤੋਂ ਸ਼ਰਾਬ ਦੇਣ ਲਈ ਟੁੱਟ ਪੈਂਦੇ ਆ ਸੰਤ ਮਹਾਤਮਾ ਕਈ। ਉਤਪਤ ਪਾਲਨ ਸਗਤ ਤਲੋਕੰ, ਵੀ ਉਹ ਏਡੀ ਵੱਡੀ ਤਾਕਤ ਪਾਈ ਹੋਈ ਹੈ ਕਿ ਤਿੰਨਾਂ ਲੋਕਾਂ ਨੂੰ ਉਤਪਤ ਕਰਨਾ, ਪੈਦਾ ਕਰਨਾ, ਫਿਰ ਉਹਨਾਂ ਨੂੰ ਪਾਲਣਾ, ਉਹਨਾਂ ਨੂੰ ਰੋਜੀ ਰੋਟੀ ਦੇਣੀ, ਉਹਨਾਂ ਦਾ ਸੰਘਾਰ ਕਰਨਾ, ਇੰਨੀ ਤਗੜੀ ਸ਼ਕਤੀ ਪਾਈ ਹੋਈ ਹੈ। ਸਿੰਧ ਸੁਗਤ ਮਹਿ ਸਭ ਜਨ ਰੋਕੰ, ਮਾਨੋ ਜਿਵੇਂ ਸਾਰੇ ਸਮੁੰਦਰ ਨੂੰ ਕੋਈ ਸ਼ਕਤੀ ਸਿੱਧੀ ਨਾਲ ਸਿੱਪੀ ਵਿੱਚ ਪਾ ਲਵੇ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਮੁੰਦਰ ਦੀ ਨਿਆਈ ਜਿਹੜੀਆਂ ਸ਼ਕਤੀਆਂ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਵੱਡੀ ਤਾਕਤ ਹੈ, ਉਹ ਤਾਕਤ ਨੂੰ ਹਿਰਦੇ ਰੂਪੀ ਸਿੱਪੀ ਵਿੱਚ ਹੀ ਪਾ ਕੇ ਰੋਕਿਆ ਹੋਇਆ, ਪਾਇਆ ਹੋਇਆ ਹੈ। ਮੁਸ਼ਟ ਬਿਖ ਨਭ ਸਭ ਲੀਅ ਜਾਸੇ, ਜਿਸ ਤਰ੍ਹਾਂ ਕਿਸੇ ਨੇ ਆਕਾਸ਼ ਨੂੰ ਆਪਣੀ ਮੁੱਠੀ ਵਿੱਚ ਹੀ ਲੈ ਲਿਆ ਹੋਵੇ, ਕਿ ਮੁੱਠੀ ਵਿੱਚ ਹੀ ਸਾਰਾ ਆਕਾਸ਼ ਕਰ ਲਵੇ, ਇਵੇਂ ਗੁਰੂ ਮਹਾਰਾਜ ਨੇ ਆਕਾਸ਼ ਦੀ ਨਿਆਈ ਜਿਹੜੀਆਂ ਉੱਚੀਆਂ ਮਹਾਨ ਤਾਕਤਾਂ ਸ਼ਕਤੀਆਂ, ਉਹਨਾਂ ਨੂੰ ਹਿਰਦੇ ਰੂਪੀ ਮੁੱਠੀ ਵਿੱਚ ਹੀ ਲੈ ਲਿਆ, ਬੰਦ ਕੀਤਾ ਹੋਇਆ ਹੈ। ਇਸ ਬਿਦ ਰਹੇ ਸਦਨ ਨਿਜ ਬਾਸੇ, ਇਸ ਤਰ੍ਹਾਂ ਆਪਣੀ ਵੱਡੀ ਤਾਕਤ ਨੂੰ ਲੁਕਾ ਕਰਕੇ, ਛੁਪਾ ਰੱਖ ਕਰਕੇ ਮਹਾਰਾਜ ਆਪਣੇ ਘਰ ਵਿੱਚ ਹੀ ਬੈਠੇ ਰਹਿੰਦੇ ਐ। ਤਿਨ ਕੈ ਸ੍ਰੀ ਪਦ ਪੰਕਜ ਤਾਈ, ਐਸੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼੍ਰੋਮਣੀ ਚਰਨ ਕਮਲਾਂ ਦੇ ਤਾਈ ਕਵ ਸੰਤੋਖ ਸਿੰਘ ਬੰਦਨ ਗਾਏ। ਭਾਈ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰੂ ਜੀ ਐਸੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਗਾਈ ਹੈ, ਭਾਵ ਮੈਂ ਗਾ ਕੇ ਕਹਿੰਦਾ ਵੀ ਮੇਰੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਮਸਕਾਰ ਹੈ। ਲੱਖਾਂ ਵਾਰ ਬੇਅੰਤ ਬੇਅੰਤੀ ਬੰਦਨਾ ਹਰ ਬੰਦਨਾ, ਮੈਂ ਬੇਅੰਤ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਨਮਸਕਾਰਾਂ ਕਰਦਾ ਹਾਂ। ਕਵੀ ਤਿਹ ਪਸ਼ਚਾਤ ਜੋ ਭਇਓ ਪ੍ਰਸੰਗਾ, ਅਗਲਾ ਪ੍ਰਸੰਗ ਆਰੰਭ ਹੋਣ ਜਾ ਰਿਹਾ ਵਿੱਚ ਹੀ ਵੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰੂ ਕੀ ਆਗਿਆ ਮੰਨ ਕੇ ਖਡੂਰ ਸਾਹਿਬ ਚਲੇ ਗਏ। ਇੱਧਰ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਨੂੰ ਉਪਦੇਸ਼ ਕਰਨ ਵਾਸਤੇ ਵੀ ਭਾਈ ਇਹ ਜਿਹੜਾ ਸਰੀਰ ਮਿਲਿਆ ਬੜਾ ਅਮੋਲਕ ਮਿਲਿਆ ਹੈ, ਇਹਦੇ ਵਿੱਚ ਬਚਪਨਾ ਵੀ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਹੈ, ਅਤੇ ਜਵਾਨੀ ਵੀ ਬੰਦਗੀ ਕਰਨ ਵਾਲੀ ਹੈ, ਅਤੇ ਵਡੇਪਾ ਵੀ ਬੰਦਗੀ ਕਰਨ ਵਾਲਾ ਹੈ। ਇਹ ਬੰਦਗੀ ਛੱਡ ਕੇ ਕਿਤੇ ਸਰੀਰ ਅਜਾਈ ਨਾ ਚਲਿਆ ਜਾਏ, ਮਨੁੱਖਾ ਜਨਮ ਵਾਰ ਹੱਥ ਨਹੀਂ ਆਉਣਾ। ਬੜੇ ਦੁਰਲੱਭ ਦੇ ਮਿਲੀ ਹੈ, ਬੜੀ ਔਖੀ ਦੇ ਮਿਲੀ ਹੈ। ਇਸ ਤਰ੍ਹਾਂ ਮਹਾਰਾਜ ਹੁਣ ਸਿੱਖਾਂ ਪ੍ਰਤੀ ਉਪਦੇਸ਼ ਕਰ ਰਹੇ ਹੈ। ਸੁਨਹਾ ਸੋ ਤਿਹ ਪਸ਼ਚਾਤ ਜੋ ਭਇਓ ਪ੍ਰਸੰਗਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਚਲੇ ਗਏ ਤੇ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ 2-4 ਦਿਨ ਹੀ ਰਹਿ ਗਏ ਹੈ। ਉਸ ਪਿੱਛੋਂ ਜੋ ਪ੍ਰਸੰਗ ਹੋਇਆ ਹੈ, ਸੁਨਹੁ ਸੋ ਸਰੋਤਾ ਸੰਗ ਮੰਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਸਰੋਤਾ ਜਨੋ ਗੁਰੂ ਕੇ ਸਿੱਖੋ ਕਥਾ ਸੁਣਨ ਵਾਲਿਓ, ਬੜੇ ਚਾਅ ਉਤਸ਼ਾਹ ਨਾਲ ਗੁਰੂ ਸਾਹਿਬ ਦੀ ਕਥਾ ਦਾ ਅਗਲਾ ਪ੍ਰਸੰਗ ਸੁਣੋ ਜੋ ਪਿੱਛੋਂ ਹੋਇਆ ਹੈ। ਸ੍ਰੀ ਨਾਨਕ ਜਸ ਤੇ ਨਾ ਉਚਾਵੋ, ਉਚਾਟੋ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਸ ਵਡਿਆਈ ਤੁਸੀਂ ਕਥਾ ਸੁਣ ਰਹੇ ਹੋ, ਸਿੱਖੋ ਸਰੋਤਿਓ ਉਸ ਨੂੰ ਸੁਣ ਕੇ ਐਵੇਂ ਉਦਾਸ ਨਾ ਹੋਵੋ। ਸੁਣ ਸਦਾ ਬੰਦ ਨਿਜ ਕਾਟੋ, ਸਗੋਂ ਧਿਆਨ ਨਾਲ ਸੁਣ ਕੇ ਮਨ ਬਾਣੀ ਸਰੀਰ ਕਰਕੇ ਸੁਣ ਕੇ ਸਦਾ ਇਹ ਜਿਹੜੇ ਮੋਹ ਮਮਤਾ ਦੇ ਆਪਣੇ ਬੰਧਨ ਹੈ ਉਹਨਾਂ ਨੂੰ ਕੱਟ ਲਓ। ਗੁਰੂ ਸਾਹਿਬ ਦੀ ਕਥਾ ਤਿਆਗ ਕਰਾਉਣ ਵਾਲੀ ਹੈ, ਬੈਰਾਗੀ ਬਣਾਉਣ ਵਾਲੀ ਹੈ ਕਥਾ ਇਹ। ਸ੍ਰੀ ਜਗ ਗੁਰ ਕੋ ਜਹ ਦਰਬਾਰਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਜਗਤ ਗੁਰੂ ਹੈ,
ਜਿੱਥੇ ਮਹਾਰਾਜ ਜੀ ਦਾ ਦਰਬਾਰ ਸੀ, ਭਾਵ ਧਰਮਸ਼ਾਲਾ ਸੀ। ਉਤੋ ਅਗਾਰੀ ਚਲ ਦਲ ਭਾਰਾ। ਧਰਮਸ਼ਾਲਾ ਦੇ ਸਾਹਮਣੇ ਇੱਕ ਚਲਦਲ ਕਹੀਏ ਜਿਹੜਾ ਪਿੱਪਲ ਦਾ ਬੜਾ ਭਾਰੀ ਬ੍ਰਿਸ਼ ਦਰਖਤ ਸੀ ਖੜਾ, ਸਗਨ ਛਾਉ ਸ਼ੋਭਤ ਰਮਣੀਕਾ। ਜਿਸ ਦੀ ਬੜੀ ਸੰਘਣੀ ਛਾਂ ਸੀ, ਸੋਭਦੀ ਸੋਹਣੀ। ਤਹ ਬੈਠ ਬੇਦੀ ਕੁਲ ਟੀਕਾ। ਬੇਦੀਆਂ ਦੀ ਕੁਲ ਦੇ ਟਿੱਕਾ ਰੂਪ ਸ਼੍ਰੋਮਣੀ ਮੁਗਟ ਮੋਰ ਸਤਿਗੁਰੂ ਮਹਾਰਾਜ ਜੀ ਉੱਥੇ ਹੁਣ ਬੈਠਦੇ ਆ ਪਿੱਪਲ ਦੇ ਹੇਠਾਂ। ਕਿਰਪਾ ਭਰੇ ਦਵਾਨਾਨ ਰਸੀਲੇ। ਮਹਾਰਾਜ ਜੀ ਦੇ ਦੋਵੇਂ ਨੇਤਰ ਹੀ ਬੜੇ ਸੋਹਣੇ ਕਿਰਪਾ ਨਾਲ ਹੀ ਭਰੇ ਰਹਿੰਦੇ ਹੈ। ਕਲਖਨ ਕੰਦਨ ਦੇਖ ਛਬੀਲੇ। ਜੋ ਪਾਪਾਂ ਨੂੰ ਨਾਸ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਛਬੀਲੇ ਨੇਤਰਾਂ ਨਾਲ ਦੇਖ ਕੇ ਤੱਕ ਕੇ ਸੰਗਤ ਬੰਨੀ। ਤਤ ਗਿਆਨ ਮੈਂ ਕੋਮਲ ਬੋਲਾ। ਜਿਹੜੇ ਤਤ ਗਿਆਨ ਰੂਪ ਬਚਨ ਹੈ, ਤਤ ਕਹੀਦਾ ਬ੍ਰਹਮ ਨੂੰ, ਜਿਹੜੇ ਬ੍ਰਹਮ ਗਿਆਨ ਰੂਪ ਬਚਨ ਹੈ, ਜਾਂ ਤਤ ਕਹੀਦਾ ਯਥਾਰਥ ਗਿਆਨ, ਜੋ ਯਥਾਰਥ ਗਿਆਨ ਰੂਪ ਬਚਨ ਹੈ, ਜਾਂ ਬ੍ਰਹਮ ਗਿਆਨ ਰੂਪੀ ਬਚਨ ਹੈ, ਜੋ ਕੋਮਲ ਬੋਲ ਕੋਮਲ ਬਚਨ ਸਨ। ਸ਼ਰਵਨ ਸੁਨਾਵਹਿ ਮਧੁਰ ਅਮੋਲਾ। ਮਹਾਰਾਜ ਬੜੇ ਅਮੋਲਕ ਮਿੱਠੇ ਐਸੇ ਜਿਹੜੇ ਤਤ ਗਿਆਨ ਰੂਪੀ ਬਚਨ ਹੈ, ਬ੍ਰਹਮ ਗਿਆਨ ਰੂਪੀ ਬਚਨ ਹੈ, ਸੰਗਤ ਦੇ ਕਰਨਾਂ ਵਿੱਚ ਮਹਾਰਾਜ ਸੁਣਾਉਂਦੇ ਉਪਦੇਸ਼ ਦੇ ਦੇ ਕੇ। ਸਾਂਗ ਆਰੰਭੇ ਸਿੱਖ ਜੇ ਪਲਾਏ। ਇੱਧਰੋਂ ਜਦੋਂ ਗੁਰੂ ਮਹਾਰਾਜ ਨੇ ਸਾਂਗ ਆਰੰਭਿਆ ਸੀ, ਭਾਵ ਧਾਨਕ ਰੂਪ ਧਾਰਿਆ ਸੀ, ਸਲੋਤਰ ਮਾਰਦੇ ਸਨ, ਤੇ ਉਹ ਸਾਂਗ ਆਰੰਭੇ ਵੇਲੇ ਜਿਹੜੇ ਸਿੱਖ ਵਿਚਾਰੇ ਭੱਜ ਗਏ ਸਨ ਡਰਦੇ। ਸੋ ਸੁਨ ਪਰਖਨ ਬਿਦ ਪਛਤਾਏ। ਉਹ ਇਹ ਸੁਣ ਕੇ ਵੀ ਮਹਾਰਾਜ ਜੀ ਦੇ ਪਰਖਣ ਦੀ ਵਿਧੀ ਬਣਾਈ ਸੀ, ਤੇ ਮਹਾਰਾਜ ਜੀ ਦੇ ਪਰਖ ਕਰ ਰਹੇ ਸਨ, ਤੇ ਅਸੀਂ ਸੋਚਦੇ ਸਾਂ ਵੀ ਮਹਾਰਾਜ ਜੀ ਦੀ ਉਮਰ ਵੱਡੀ ਹੋ ਗਈ ਹੈ ਤੇ ਗੁਰੂ ਸਾਹਿਬ ਨੂੰ ਪਤਾ ਨਹੀਂ ਹੁਣ ਕੁਝ ਲੱਗਦਾ, ਤਾਂ ਕਰਕੇ ਮਹਾਰਾਜ ਦੀਵਾਨੇ ਮਸਤਾਨੇ ਹੋ ਗਏ ਹੈ। ਉਹ ਤੇ ਸੱਚੇ ਪਾਤਸ਼ਾਹ ਜੀ ਨੇ ਪਰਖ ਵਾਸਤੇ ਵਿਧੀ ਬਣਾਈ ਸੀ, ਸਾਰੇ ਸਾਡੇ ਵਰਗੇ ਭੱਜ ਆਏ ਹੈ, ਤੇ ਸ੍ਰੀ ਪਰਮ ਲੈਣਾ ਜੀ ਮਹਾਨ ਨਿਕਲੇ ਆ, ਤੇ ਅੱਜ ਉਹ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਗੁਰਤਾ 'ਤੇ ਬਿਠਾ ਦਿੱਤਾ ਹੈ। ਉਹ ਵੀ ਖਡੂਰ ਸਾਹਿਬ ਚਲੇ ਗਏ। ਇਵੇਂ ਉਹ ਜਦੋਂ ਸਿੱਖਾਂ ਨੇ ਸੁਣਿਆ ਵੀ ਉਹਦੇ ਪਰਖਣ ਦੀ ਵਿਧੀ ਸੀ ਮਹਾਰਾਜ ਦੀ, ਮਹਾਰਾਜ ਜੀ ਨੂੰ ਤੇ ਕੁਝ ਵੀ ਨਹੀਂ ਹੋਇਆ, ਐਵੇਂ ਸੁਣ ਕੇ ਉਹ ਬੜੇ ਪਛਤਾਏ ਆ ਜਿਹੜੇ ਭੱਜ ਗਏ ਸੀ। ਬਹਰ ਆਏ ਹਜੂਰ ਅਗਾਰੀ। ਗੁਰੂ ਮਹਾਰਾਜ ਜੀ ਦੇ ਸਨਮੁਖ ਹਜ਼ੂਰੀ ਵਿੱਚ ਫੇਰ ਵਾਪਸ ਆਏ। ਨਿਜ ਔਗਣ ਸੰਗ ਬਿਨਾ ਉਚਾਰੀ। ਆਪਣੇ ਔਗਣਾਂ ਨਾਲ ਬੇਨਤੀ ਕੀਤੀ, ਮਹਾਰਾਜ ਭੁੱਲ ਹੋ ਗਈ, ਐਵੇਂ ਭੱਜ ਗਏ ਸਾਂ ਭੁਲੱਕੜ। ਬਖਸ਼ਾ ਵਹ ਅਰ ਪਾਸ ਰਹੀ। ਆਪਣੇ ਆਪ ਨੂੰ ਬਖਸ਼ਾਉਂਦੇ ਆ ਤੇ ਇੱਥੇ ਪਾਸ ਹੀ ਰਹਿ ਪਏ, ਪਾਸ ਹੀ ਰਹਿੰਦੇ ਆ ਜਿਹੜੇ ਦਿਨ ਰਹਿ ਗਏ ਬਾਕੀ ਦੇ। ਚਰਨ ਸੇਵਹਿ ਚਰਨ ਕਮਲ ਸੁਖ ਲੇਹੀ। ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੀ ਸੇਵਾ ਕਰਦੇ ਆ ਤੇ ਮਹਾਨ ਪਰਮ ਸੋਖੀ ਲੈਂਦੇ ਪ੍ਰਾਪਤ ਕਰਦੇ ਆ। ਸ਼ਬਦ ਅਭਿਆਸ ਹੋ ਤਨਿਤ ਭਾਰੀ। ਐਵੇਂ ਉੱਥੇ ਧਰਮਸ਼ਾਲਾ ਗੁਰੂ ਸਾਹਿਬ ਜੀ ਦੇ ਸਨਮੁਖ ਹਜ਼ੂਰੀ ਵਿੱਚ ਜੋ ਗੁਰੂ ਕੇ ਸ਼ਬਦ ਬਾਣੀ ਦੇ ਗੁਰ ਮੰਤਰ ਹੈ, ਮੂਲ ਮੰਤਰ ਹੈ, ਉਹਦਾ ਅਭਿਆਸ ਤੇ ਹਮੇਸ਼ਾ ਭਾਰੀ ਭਾਰੀ ਹੁੰਦਾ ਹੈ। ਗਾਇਸ ਪ੍ਰੇਮ ਹੈ ਅਰਥ ਵਿਚਾਰੀ। ਗੁਰੂ ਕੇ ਸਿੱਖ ਸ਼ਬਦ ਬਾਣੀ ਪੜ੍ਹਦੇ ਹੈ, ਬੜੇ ਪ੍ਰੇਮ ਦੇ ਸਹਿਤ ਕੀਰਤਨ ਕਰਕੇ ਗਾਉਂਦੇ ਹੈ, ਤੇ ਫਿਰ ਬਾਣੀ ਦੇ ਅਰਥ ਵਿਚਾਰਦੇ ਹੈ। ਤੁਰਕਨ ਮਹਿਮਾ ਬਹੁ ਜਾਗੀ। ਇੱਧਰ ਤੁਰਕਾਂ ਵਿੱਚ ਮੁਸਲਮਾਨਾਂ ਵਿੱਚ ਹੀ ਬਹੁਤ ਜਿਹੜੀ ਮਹਿਮਾ ਹੈ ਉਹ ਜਾਗੀ ਹੈ। ਆਵਹਿ ਦਰਸ ਕਰਹਿ ਬੜ ਭਾਗੀ। ਵੱਡਿਆਂ ਭਾਗਾਂ ਵਾਲੇ ਮੁਸਲਮਾਨ ਵੀ ਆਣ ਕੇ ਸਤਿਗੁਰੂ ਦਾ ਦਰਸ਼ਨ ਕਰਦੇ। ਮਹਿਮਾ ਸਾਰੇ ਪਾਸੇ ਬੜੀ ਫੈਲੀ ਹੋਈ ਮਹਾਰਾਜ ਜੀ ਦੀ। ਸੁਨਹਿ ਸ਼ਬਦ ਕਰ ਪ੍ਰੇਮ ਵਿਸਾਲਾ। ਮਹਾਰਾਜ ਜੀ ਦੇ ਬਾਣੀ ਦੇ ਜਿਹੜੇ ਸ਼ਬਦ ਹੈ ਬਹੁਤ ਪ੍ਰੇਮ ਕਰਕੇ ਸ਼ਰਧਾ ਭਾਵਨਾ ਨਾਲ ਧਿਆਨ ਦੇ ਦੇ ਕੇ ਸੁਣਦੇ ਹੈ। ਤਿਨ ਕੀ ਕਰਹਿ ਕਲਿਆਣ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਉਹਨਾਂ ਮੁਸਲਮਾਨਾਂ ਆਇਆ ਹੋਇਆਂ ਦੀ ਵੀ ਕਲਿਆਣ ਕਰੀ ਜਾਂਦੇ, ਮੁਕਤੀ ਕਰੀ ਜਾਂਦੇ ਹੈ। ਦੇਸ ਵਿਦੇਸ਼ਨ ਤੇ ਚੱਲ ਆਵਹਿ। ਐਵੇਂ ਦੇਸ਼ਾਂ ਵਿੱਚੋਂ ਕਰਤਾਰਪੁਰ ਸਾਹਿਬ ਦੇ ਇਲਾਕੇ ਵਿੱਚੋਂ ਹੋਰ ਬਾਹਰ ਦੇ ਇਲਾਕਿਆਂ ਵਿੱਚੋਂ
ਚੱਲ ਚੱਲ ਕੇ ਬਹੁਤ ਹੀ ਆਉਂਦੇ ਹੈ। ਪਦ ਪੰਕਜ ਪਰ ਸੀਸ ਝੁਕਾਵਹਿ। ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਆਪਣੇ ਸੀਸ ਝੁਕਾਉਂਦੇ ਹੈ, ਬੰਦਨਾ ਕਰਦੇ ਹੈ। ਦਰਸ਼ਨ ਕਰਹਿ ਥਪਹਿ ਨਿਜ ਪੀਰ। ਮਹਾਰਾਜ ਜੀ ਦਾ ਦਰਸ਼ਨ ਕਰਦੇ ਹੈ ਤੇ ਆਪਣਾ ਪੀਰ ਗੁਰੂ ਜੀ ਨੂੰ ਥਾਪ ਲੈਂਦੇ ਆ, ਸਥਿਤ ਕਰ ਲੈਂਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਡੇ ਗੁਰੂ ਹੋ ਤੇ ਤੁਸੀਂ ਸਾਡੇ ਪੀਰ ਹੋ। ਇਹ ਖੁਦਾਏ ਕੋ ਕਹਾ ਸਰੀਰ। ਆਪੋ ਵਿੱਚ ਹੀ ਕਹਿੰਦੇ ਜੋ ਬੈਠੇ ਹੋਏ ਹੈ ਨਾ ਸਾਹਮਣੇ ਸਾਡੇ ਗੁਰੂ ਨਾਨਕ ਸਾਹਿਬ ਜੀ, ਇਹ ਐਵੇਂ ਨਹੀਂ ਹੈ ਸਰੀਰ, ਇਹਦੇ ਖੁਦਾ ਨੇ ਆਪਣਾ ਸਰੀਰ ਆਪ ਹੀ ਧਾਰਿਆ ਹੋਇਆ ਗੁਰੂ ਨਾਨਕ ਸਾਹਿਬ ਰੂਪ ਹੋ ਕੇ। ਆਹੇ ਮਰੀਦ ਹੋਏ ਬਹੁ ਪ੍ਰਕਾਰ। ਐਵੇਂ ਬਹੁਤ ਜਿਹੜੇ ਮੁਸਲਮਾਨ ਹੈ ਨਾ ਆਉਂਦੇ ਆ ਤੇ ਗੁਰੂ ਸਾਹਿਬ ਕੇ ਮਰੀਦ ਹੁੰਦੇ, ਸਿੱਖ ਬਣਦੇ ਐ। ਸੁਨ ਸੁਨ ਬਚਨ ਹਨ ਭ੍ਰਮ ਔਰ ਕਾ। ਸੁਣ ਸੁਣ ਕੇ ਮਹਾਰਾਜ ਦੇ ਬਚਨ ਤੇ ਆਪਣੇ ਹਿਰਦੇ ਦਾ ਭਰਮ ਨਾਸ ਕਰਦੇ ਵੀ ਗੁਰੂ ਨਾਨਕ ਸਾਹਿਬ ਜੀ ਤੇ ਐਸੇ ਮਹਾਨ ਹਨ। ਦਿਜ ਬਾਹਿਜ ਅਰ ਬੈਸ ਕਨੇਰੇ। ਹੋਰ ਤੇ ਕੀ ਜਿਹੜੇ ਦਿਜ ਬ੍ਰਾਹਮਣ, ਬਾਹਿਜ ਖੱਤਰੀ ਤੇ ਬਹੁਤੇ ਬੈਸ। ਆਵਹਿ ਸ਼ੂਦਰ ਲਗਹਿ ਗੁਰ ਤਾਰੇ। ਜਿਹੜੇ ਸ਼ੂਦਰ ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਬੈਠਣ ਦਿੰਦਾ, ਜਾ ਕੇ ਸ਼ੋਧ ਜਗਤ ਕੋ ਲਾਗੇ ਤਾ ਪਰ ਤੁਸੀਂ ਢਰੇ। ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਗੁਰੂ ਨਾਨਕ ਸਾਹਿਬ ਐਸੇ ਸ਼ੂਦਰ ਜਿਹੜੇ ਆਉਂਦੇ ਆ ਉਹ ਵੀ ਗੁਰੂ ਮਾਰੇ ਚਰਨਾਂ ਨਾਲ ਲੱਗਦੇ ਆ ਤੇ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਲਵਾਉਂਦੇ ਆ। ਪਰਮ ਗਿਆਨ ਘਰ ਲਖ ਮਨ ਮਾਹੀ। ਐਵੇਂ ਮਨ ਵਿੱਚ ਜਾਣ ਕੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਮਹਾਨ ਇੱਕ ਰਸ ਗਿਆਨ ਬ੍ਰਹਮ ਗਿਆਨ 'ਚ ਸਥਿਤ ਹਨ। ਸੇਵਹਿ ਚਰਨ ਸ਼ਬਦ ਅਵਗਾਹੀ। ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦੇ ਆ ਤੇ ਗੁਰੂ ਕੀ ਧੁਰਕੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ, ਉਹਨੂੰ ਵਿਚਾਰਦੇ ਹਨ। ਸੁਨਹਿ ਬਚਨ ਬੈਠਹਿ ਚਹੋਰੀ। ਇਵੇਂ ਚਾਰ ਸ਼ਫੇਰੇ ਗੁਰੂ ਸਾਹਿਬ ਜੀ ਦੇ ਇਰਦ ਗਿਰਦ ਬੈਠ ਕੇ ਤੇ ਮਹਾਰਾਜ ਜੀ ਦੇ ਗਿਆਨਮਈ ਬਚਨ ਸੁਣਦੇ ਐ। ਧੰਨ ਧੰਨ ਭਨਹਿ ਕਰ ਜੋਰੀ। ਦੋਵੇਂ ਹੱਥ ਜੋੜ ਜੋੜ ਕੇ ਕਹਿੰਦੇ ਬਚਨ ਸੁਣਦਿਆਂ ਹੀ, ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਦਾ ਜੋਗ ਹੋ ਮਹਾਰਾਜ। ਸਤਿਗੁਰ ਬੀਚ ਬਿਰਾਜਾ ਆਸੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਸਿੱਖਾਂ ਭਗਤਾਂ ਵਿੱਚ ਇਸ ਤਰ੍ਹਾਂ ਬਿਰਾਜ ਦੇ ਸੰਗਤ 'ਚ ਬੈਠਿਆਂ। ਉਡ ਗਨ ਬਿਘਾ ਚੰਦਰਮਾ ਜਾਸੇ। ਜਿਵੇਂ ਤਾਰਿਆਂ ਦੇ ਝੁੰਡ ਦੇ ਸਮੂਹ ਵਿੱਚ ਪੂਰਨਮਾਸ਼ੀ ਦਾ ਚੰਦਰਮਾ ਬੜਾ ਚਮਕਦਾ ਹੈ, ਪ੍ਰਕਾਸ਼ ਕਰਦਾ ਹੈ। ਸਭ ਹਿਨ ਕੋ ਉਪਦੇਸ਼ ਬਤਾਵਾ। ਸਾਰਿਆਂ ਨੂੰ ਮਹਾਰਾਜ ਨੇ ਉਸ ਵੇਲੇ ਬੜਾ ਹੀ ਵਿਰਾਗਮਈ ਉਪਦੇਸ਼ ਦੱਸਿਆ। ਸੁਨਹੁ ਸਿੱਖ ਮਾਨੁਖ ਤਨ ਪਾਵਾ। ਐਸਾ ਵਿਰਾਗਮਈ ਉਪਦੇਸ਼ ਦੱਸਿਆ ਵੀ ਸਿੱਖੋ ਭਾਈ ਪਿਆਰਿਓ ਸੁਣੋ, ਵੇਖੋ ਤੁਸਾਂ ਨੇ ਸੰਸਾਰ ਤੇ ਆ ਕੇ ਮਨੁੱਖ ਸਰੀਰ ਪਾਇਆ ਹੋਇਆ ਹੈ। ਦੁਰਲਭ ਹੈ ਅਮੋਲ ਪਦਾਰਥ। ਭਾਈ ਪਿਆਰਿਓ ਇਹ ਤੇ ਜਿਹੜਾ ਮਨੁੱਖ ਸਰੀਰ ਹੈ ਨਾ ਬੜਾ ਦੁਰਲਭ ਹੈ, ਨਾ ਮਿਲਣ ਵਾਲਾ ਹੈ। ਇਹ ਤੇ ਬੜਾ ਕਠਿਨਾਈ ਨਾਲ 84 ਲੱਖ ਜੂਨ ਤੋਂ ਮਿਲਿਆ ਬਾਦ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਫਾਕੈ ਭੋਏ ਗਿਰਹਿ, ਬਹੁ ਨਾ ਲਾਗੈ ਡਾਰ। ਜਿਵੇਂ ਭਗਤ ਕਬੀਰ ਜੀ ਕਹਿੰਦੇ ਵੀ ਇਹ ਮਨੁੱਖ ਜਨਮ ਬੜਾ ਹੀ ਦੁਲੰਭ ਹੈ ਤੇ ਵਾਰ-ਵਾਰ ਨਹੀਂ ਹੁੰਦਾ ਭਾਈ। ਇਹ ਤੇ ਜਿਵੇਂ ਬ੍ਰਿਸ਼ ਤੇ ਪੱਕੇ ਫਲ ਲੱਗੇ ਹੋਣ, ਥੱਲੇ ਡਿੱਗ ਪੈਣ, ਉਹ ਕਦੀ ਜੁੜਦੇ ਨਹੀਂ, ਵਾਰ-ਵਾਰ ਜਿੰਨੀ ਮਰਜ਼ੀ ਲਾਉਂਦੇ ਰਹਿ ਜਾਓ ਤੁਸੀਂ। ਇਸੇ ਤਰ੍ਹਾਂ ਇਹ ਪੱਕਾ ਹੋਇਆ ਫਲ ਹੈ 84 ਲੱਖ ਜੂਨ ਦੇ ਵਿੱਚੋਂ ਮਨੁੱਖ ਸਰੀਰ, ਤੇ ਇਹ ਬੜਾ ਔਖਾ ਮਿਲਦਾ, ਦੁਰਲੱਭ ਸਰੀਰ ਹੈ। ਮਹਾਰਾਜ ਕਹਿੰਦੇ ਜੋ ਅਮੋਲਕ ਪਦਾਰਥ ਹੈ, ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਐਸਾ ਮਹਿੰਗਾ ਸਰੀਰ ਮਿਲਿਆ ਮਨੁੱਖ। ਨਿਜ ਸਰੂਪ ਲਖ ਕਰਹੁ ਸਖਾਰਤ। ਇਸ ਕਰਕੇ ਸਿੱਖੋ ਆਪਣੇ ਸਵੈ ਸਰੂਪ ਨੂੰ ਜਾਣ ਕੇ ਕਿ ਤੁਹਾਡਾ ਆਤਮਾ ਜਿਹੜਾ ਉਹ ਸਤ ਚੇਤਨ ਆਨੰਦ ਸਰੂਪ ਹੈ, ਆਪਣੇ ਐਸੇ ਆਤਮ ਸਰੂਪ ਨੂੰ ਸਤ ਚੇਤਨ ਆਨੰਦ ਜਾਣ ਕੇ ਸਫਲਾ ਕਰੋ ਇਸ ਸਰੀਰ ਨੂੰ। ਵਿਸ਼ਯਨ ਸੁਖ ਸਭ ਜੋਨਨ ਮਾਹੀ। ਕਿਉਂਕਿ ਭਾਈ ਜਿਹੜੇ ਵਿਸ਼ਿਆਂ ਦੇ ਸੁੱਖ ਹੈ ਉਹ ਤੇ ਸਾਰੀਆਂ ਜੂਨਾਂ ਵਿੱਚ ਹੀ ਹੁੰਦੇ ਹੈ। ਸਾਰੇ ਜੂਨਾਂ ਵਿੱਚ ਹੀ ਮਨੁੱਖ ਭੋਗਦਾ, ਵੀ ਆ ਡੰਗਰ ਬਣ ਕੇ ਖਾਂਦਾ ਵੀ ਹੈ, ਵਿਸ਼ੇ ਵੀ ਭੋਗਦਾ ਹੈ। ਡਰ ਉਹਨੂੰ ਵੀ ਹੈ ਵੀ ਮੈਨੂੰ ਕੋਈ ਮਾਰੇ ਨਾ, ਡਰ ਸਾਨੂੰ ਵੀ ਹੈ। ਖਾਂਦੇ ਅਸੀਂ ਵੀ ਹੈ, ਖਾਂਦੇ ਉਹ ਵੀ ਹੈ।
ਭੋਗ ਉਹ ਵੀ ਕਰਦੇ ਆ, ਭੋਗ ਅਸੀਂ ਵੀ ਕਰਦੇ ਆ। ਇਵੇਂ ਸਾਰੇ ਜੀਵਾਂ ਦਾ ਤੁਸੀਂ ਇਸੇ ਤਰ੍ਹਾਂ ਇਹ ਚਿੰਨ੍ਹ ਲਾ ਲਓ ਵੀ ਸਭ ਮਿਲਦੇ ਆ। ਤਾਂ ਹੀ ਮਹਾਰਾਜ ਕਹਿ ਰਹੇ ਆ ਵੀ ਸਾਰੇ ਜਿਹੜੇ ਆ ਨਾ ਜੂਨਾਂ ਵਿੱਚ ਭਾਈ ਵਿਸ਼ਿਆਂ ਦਾ ਸੁੱਖ ਤੇ ਹੈਗਾ ਹੀ ਹੈ। ਇੱਕ ਵਿਚਾਰ ਨਰ ਤਨ ਬਿਨ ਨਾਹੀ। ਇੱਕ ਜਿਹੜੀ ਬ੍ਰਹਮ ਵਿਚਾਰ ਹੈ, ਆਤਮ ਸਰੂਪ ਦੀ ਵਿਚਾਰ ਹੈ, ਇਹ ਮਨੁੱਖ ਸਰੀਰ ਤੋਂ ਬਿਨਾਂ ਕਿਤੇ ਹੋਰ ਹੈ ਨਹੀਂ ਹੈ। ਇਸੇ ਵਿੱਚ ਹੀ ਸਿਮਰਨ ਕੀਤਾ ਜਾ ਸਕਦਾ ਹੈ, ਗੁਰਬਾਣੀ ਪੜ੍ਹੀ ਜਾ ਸਕਦੀ ਹੈ, ਪੁੰਨ ਦਾਨ ਕੀਤੇ ਜਾ ਸਕਦੇ ਹਨ, ਅਮਲ ਚੰਗੇ ਕੀਤੇ ਜਾ ਸਕਦੇ ਹੈ, ਗੁਰੂ ਕੀ ਸੰਗਤ ਕੀਤੀ ਜਾ ਸਕਦੀ ਹੈ, ਗੁਰੂ ਦੀ ਸੇਵਾ ਕੀਤੀ ਜਾ ਸਕਦੀ ਹੈ। ਇੱਕ ਇਹ ਮਨੁੱਖ ਸਰੀਰ ਹੀ ਹੈ। ਮਨੁੱਖ ਸਰੀਰ ਵਿੱਚ ਹੀ ਬ੍ਰਹਮ ਵਿਚਾਰ ਕੀਤੀ ਜਾ ਸਕਦੀ ਹੈ, ਆਪਣੇ ਆਤਮ ਸਰੂਪ ਨੂੰ ਜਾਣਿਆ ਜਾ ਸਕਦਾ। ਇੱਕ ਮਨੁੱਖ ਸਰੀਰ ਤੋਂ ਬਿਨਾਂ ਹੋਰ ਕੋਈ ਬ੍ਰਹਮ ਵਿਚਾਰ ਕਰਨ ਦਾ ਢੰਗ ਤਰੀਕਾ ਹੈ ਨਹੀਂ ਹੈ। ਔਰ ਮੈਂ ਇਸ ਵਿਦ ਕਰਹੁ ਵਿਚਾਰਨਾ। ਭਾਈ ਸਿੱਖੋ ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰ ਕਰੋ। ਕੋ ਮੈਂ ਹਾਂ ਕੋ ਜਗ ਕੋ ਕਾਰਨਾ। ਵੀ ਮੈਂ ਕੌਣ ਹਾਂ, ਭਾ ਮੇਰਾ ਆਤਮ ਸਰੂਪ ਕੀ ਹੈ, ਤੇ ਇਹ ਸੰਸਾਰ ਦਾ ਕਾਰਨ ਕੀ ਹੈ, ਸੰਸਾਰ ਦਾ ਮੁੱਢ ਕੀ ਹੈ। ਜਾਂ ਐਵੇਂ ਵੀ ਮੈਂ ਕੌਣ ਹਾਂ, ਮੈਂ ਕੌਣ ਹਾਂ, ਪਰਮੇਸ਼ਰ ਕੌਣ ਹੈ, ਸੰਸਾਰ ਕੀ ਹੈ। ਜਾਂ ਇਹ ਵੀ ਮੇਰਾ ਆਤਮਾ ਕੌਣ ਹੈ, ਆਤਮਾ ਕੌਣ ਹੈ, ਪਰਮਾਤਮਾ ਕੌਣ ਹੈ, ਇਹ ਸੰਸਾਰ ਕੀ ਹੈ। ਨਿਰਣਾ ਸਤਿ ਅਸਤ ਕਰੀਜਾ। ਸਤ ਦਾ ਨਿਰਣਾ ਕਰੀਏ ਤੇ ਅਸਤ ਦਾ ਨਿਰਣਾ ਕਰੀਏ। ਭਾਵ ਇਹ ਸੱਚ ਕੀ ਹੈ ਤੇ ਅਸਤ ਕੀ ਹੈ, ਝੂਠ ਕੀ ਹੈ, ਸਾਰ ਸ੍ਰੇਸ਼ਟ ਕੀ ਹੈ, ਅਸਾਰ ਅਸ੍ਰੇਸ਼ਟ ਕੀ ਹੈ, ਇਹਦੀ ਵਿਚਾਰ ਕਰੀਏ, ਨਿਰਣਾ ਕਰੀਏ। ਤਜਹ ਅਸਤ ਸਤ ਗਹਿ ਲੀਜਾ। ਜਿਹੜਾ ਅਸਤ ਹੈ ਉਹਨੂੰ ਛੱਡ ਦਈਏ ਤੇ ਸੱਚ ਨੂੰ ਜਿਹੜਾ ਗ੍ਰਹਿਣ ਕਰ ਲਈਏ। ਭਾਵ ਇਹ ਜਿਹੜੇ ਅਸਤ ਕਹੀਏ ਸੰਸਾਰ ਹੈ, ਇਹਨੂੰ ਛੱਡ ਦਈਏ ਤੇ ਜੋ ਸਤ ਬ੍ਰਹਮ ਪਰਮੇਸ਼ਰ ਹੈ ਉਹਨੂੰ ਗ੍ਰਹਿਣ ਕਰ ਲਈਏ। ਇਸੇ ਤਰ੍ਹਾਂ ਸੰਸਾਰ ਜਿਹੜਾ ਇਹ ਨਾਸਵੰਤ ਇਹਨੂੰ ਛੱਡ ਦਈਏ, ਜੋ ਅਸਾਰ ਹੈ, ਝੂਠਾ ਹੈ, ਤੇ ਸਤ ਜੋ ਬ੍ਰਹਮ ਹੈ, ਸਾਰ ਸ੍ਰੇਸ਼ਟ ਹੈ, ਉਹਨੂੰ ਗ੍ਰਹਿਣ ਕਰ ਲਈਏ। ਦੇਹਾਦਿਕ ਪਰਪੰਚ ਪਸਾਰਾ। ਜੇ ਤੁਸੀਂ ਪੁੱਛੋ ਮਹਾਰਾਜ ਸਤ ਕੀ ਹੈ, ਅਸਤ ਕੀ, ਤੇ ਅਸੀਂ ਦੱਸਦੇ ਹਾਂ ਵੀ ਦੇਹ ਇਹ ਸਰੀਰ ਤੋਂ ਆਦਿਕ ਤੋਂ ਲੈ ਕੇ ਜਿੰਨਾ ਵੀ ਇਹ ਵਿਸ਼ੇਸ਼ ਕਰਕੇ 5 ਤੱਤਾਂ ਦੀ ਸ੍ਰਿਸ਼ਟੀ ਪੈਦਾ ਹੋਈ ਹੈ, ਤੇ ਇਹ ਸਾਰਾ ਸੰਸਾਰ ਹੀ ਜੋ ਸੰਸਾਰ ਦਾ ਪਸਾਰਾ ਹੈ। ਦੇਹ ਦੇ ਨਾਲ ਜਿੰਨੇ ਹੀ ਦੇਹ ਆਦਿਕ ਤੋਂ ਲੈ ਲੈਣਾ ਪਦਾਰਥ, ਦੇਹ ਦੇ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਪਦਾਰਥ ਹੈ, ਜਿੰਨੇ ਰਿਸ਼ਤੇ ਨਾਤੇ ਹੈ, ਤੇ ਸੰਸਾਰ ਦਾ ਪਸਾਰਾ ਹੈ। ਲਖੋ ਸਤ ਸਤ ਆਧਾਰਾ। ਇਹਨੂੰ ਸਾਰੇ ਨੂੰ ਤੁਸੀਂ ਅਸਤ ਜਾਣ ਲਓ, ਇਹ ਨਾਸਵਾਨ ਹੈ, ਜਗ ਰਚਨਾ ਸਭ ਝੂਠ ਹੈ, ਮਿਥਿਆ ਹੈ, ਤੇ ਸਤ ਆਧਾਰਾ। ਜੇ ਤੁਸੀਂ ਕਹੋ ਵੀ ਮਹਾਰਾਜ ਸਤ ਪ੍ਰਤੀਤ ਹੁੰਦਾ, ਅਸੀਂ ਕਹਿੰਦੇ ਵੀ ਭਾਈ ਇਹਦਾ ਜਿਹੜਾ ਨਾ ਸਤ, ਜਿਹੜਾ ਸੱਚ ਪਰਮੇਸ਼ਰ, ਉਹ ਇਹਦਾ ਆਸਰਾ ਹੈ, ਤਾਂ ਕਰਕੇ ਸਤ ਪ੍ਰਤੀਤ ਹੁੰਦਾ ਹੈ। ਸਾਚੀ ਹੋਤ ਜੇਵਰੀ ਜਾਤੇ। ਦ੍ਰਿਸ਼ਟਾਂਤ ਦਿੰਦੇ ਮਹਾਰਾਜ, ਜਿਸ ਤਰ੍ਹਾਂ ਸੱਚੀ ਜੇਵਰੀ ਕਹੀਏ ਰੱਸੀ ਹੁੰਦੀ, ਵੀ ਰੱਸੀ ਤੇ ਸੱਚੀ ਹੁੰਦੀ ਹੈ ਨਾ, ਅਤੇ ਝੂਠੋ ਲਖਤਾ ਸੇ। ਤੇ ਉਹ ਜਿਹੜਾ ਸੱਪ ਹੈ ਉਹ ਅਧੇ ਹੈ। ਭਾਵ ਸੱਪ ਜਿਹੜਾ ਰੱਸੀ ਦੇ ਆਸਰੇ, ਉਹ ਸੱਚ ਹੈ ਨਹੀਂ ਹੈ ਸੱਪ, ਪਰ ਰੱਸੀ ਦੇ ਆਸਰੇ ਹੈ। ਤੇ ਉਹਨੂੰ ਜਿਹੜਾ ਜਦੋਂ ਭੁਲੇਖਾ ਪੈ ਜਾਂਦਾ, ਭਰਮ ਪੈ ਜਾਂਦਾ ਹੈ, ਤੇ ਉਹ ਸੱਚ ਵਿੱਚ ਰੱਸੀ ਹੈ, ਤੇ ਅਗਿਆਨ ਕਰਕੇ ਉਹ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਹੈ। ਉਹ ਜਿਹੜਾ ਸੱਪ ਹੈ ਉਹ ਅਧੇ ਹੈ, ਭਾਵ ਰੱਸੀ ਦੇ ਆਸਰੇ ਹੈ। ਜਦੋਂ ਰੱਸੀ ਦਾ ਗਿਆਨ ਹੋ ਗਿਆ ਤੇ ਸੱਪ ਜਿਹੜਾ ਅਧੇ ਹੈ ਉਹਦਾ ਆਪਣੇ ਆਪ ਹੀ ਨਾਸ ਹੋ ਜਾਏਗਾ। ਅਧੇ ਕਹੀਦਾ ਜੋ ਕਿਸੇ ਦੇ ਆਸਰੇ ਹੋਵੇ। ਰੱਸੀ ਵਿੱਚ ਜਿਹੜਾ ਸੱਪ ਪ੍ਰਤੀਤ ਹੋਇਆ ਉਹ ਸੱਪ ਹੈ ਰੱਸੀ ਦੇ ਆਸਰੇ, ਤੇ ਜਿਵੇਂ ਉਹਨੂੰ ਝੂਠਾ ਜਾਣ ਕੇ ਤੇ ਸੱਪ ਦੀ ਨਿਵਰਤੀ ਹੋ ਜਾਂਦੀ, ਰੱਸੀ ਦਾ ਗਿਆਨ ਹੋ ਜਾਂਦਾ, ਬਸ ਉਸੇ ਤਰ੍ਹਾਂ ਹੀ ਹੈ ਇਹ ਸੰਸਾਰ। ਸਤ ਪਰਮੇਸ਼ਰ ਹੈ, ਉਹ ਸਤ ਪਰਮੇਸ਼ਰ ਦੇ ਆਸਰੇ ਸੰਸਾਰ ਝੂਠਾ ਸੱਪ ਦੀ ਨਿਆਈ। ਜਦੋਂ ਗਿਆਨ ਹੋ ਜਾਂਦਾ ਤੇ ਉਦੋਂ ਪ੍ਰਤੀਤ ਹੋ ਜਾਂਦਾ ਵੀ ਇਹ ਸੰਸਾਰ ਤੇ ਮਿਥਿਆ ਸੀ,
ਤੇ ਇਹਦਾ ਜਿਹੜਾ ਆਸਰਾ ਉਹ ਤੇ ਬ੍ਰਹਮ ਪਰਮੇਸ਼ਰ ਸੱਚ ਸੀ, ਉਸੇ ਤਰ੍ਹਾਂ ਹੀ ਜਾਣ ਲਓ। ਹੰਤਾ ਮਮਤਾ ਇਉਂ ਜਾਣ ਕੇ ਜਿਹੜੀ ਸਰੀਰ ਦੀ ਮਮਤਾ ਹੈ, ਸਰੀਰ ਦੇ ਨਾਲ ਸੰਬੰਧ ਰੱਖਣ ਵਾਲੀ ਮਮਤਾ ਹੈ, ਮੈਂ ਮੇਰੀ ਸਭ ਛੱਡ ਦਿਓ। ਨਿਜ ਸਰੂਪ ਸਨਮੁਖ ਅਨਰਾਗਹੁ ਆਪਣਾ ਜਿਹੜਾ ਸਰੂਪ ਹੈ ਤੇ ਉਸ ਦੇ ਸਨਮੁਖ ਹੋ ਕੇ ਪ੍ਰੇਮੀ ਪਿਆਰੇ ਹੋ ਆਤਮ ਸਰੂਪ ਦੇ। ਬ੍ਰਹਮਾ ਵਰਤ ਤੇ ਨਿਕਸਹੁ ਤੰਗਾ ਜਿਹੜੀ ਸੰਸਾਰ ਰੂਪੀ ਅਗਿਆਨ ਰੂਪੀ ਭਰਮ ਰੂਪੀ ਘੁੰਮਣ ਘੇਰੀ ਹੈ, ਇਹ ਤੋਂ ਉੱਚਾ ਨਿਕਲ ਕੇ ਜਨਮ ਸਫਲ ਕਰ ਮਿਲ ਸਤ ਸੰਗਾ ਜਿਹੜੀ ਗੁਰੂ ਪਿਆਰਿਆਂ ਦੀ ਸਤ ਸੰਗ ਹੈ, ਪਰਮੇਸ਼ਰ ਦੀ ਸਤ ਸੰਗ ਹੈ, ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੈ ਉੱਥੇ ਮਿਲ ਕੇ ਆਪਣਾ ਜਨਮ ਸਫਲਾ ਕਰ ਲਓ। ਬਿਨ ਵਿਚਾਰ ਨਰ ਦੇਹ ਆਕਾਰਥ ਬਿਨਾ ਸਤ ਅਸਤ ਦੀ ਵਿਚਾਰ ਤੋਂ, ਬ੍ਰਹਮ ਵਿਚਾਰ ਤੋਂ ਬਿਨਾ ਇਹ ਜਿਹੜੀ ਸਰੀਰ ਦੀ ਦੇਹ ਸਰੀਰ ਹੈ, ਮਨੁੱਖ ਦੇਹ ਹੈ, ਇਹ ਤੇ ਨਿਸਫਲ ਹੀ ਹੈ, ਵਿਅਰਥੀ ਹੈ, ਪਾਉਣਾ ਉਂਝ। ਨਾਮ ਸਿਮਰ ਜੇ ਲਹਿ ਨਾ ਪਰਮਾਰਥ ਜੇਕਰ ਵੀ ਇਸ ਦੇਹ ਨੂੰ ਪਾ ਕੇ ਨਾਮ ਸਿਮਰ, ਨਾਮ ਨਹੀਂ ਮਨੁੱਖ ਸਿਮਰਦਾ ਤੇ ਲਹਿ ਨਾ ਪਰਮਾਰਥ, ਤੇ ਜੋ ਪਰਮਾਰਥ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ ਤੇ ਦੇਹ ਨਿਸਫਲ ਹੈ। ਜੋ ਪਰਮਾਰਥ ਕਹੀਏ ਵਾਹਿਗੁਰੂ ਹੈ, ਜੇ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰਦਾ ਨਾਮ ਸਿਮਰ ਕੇ ਇਸ ਦੇਹ ਨਾਲ, ਇਹ ਦੇਹ ਨਿਸਫਲ ਹੈ। ਇਸੇ ਤਰ੍ਹਾਂ ਪਰਮ ਅਰਥ ਵੀ ਜਿਹੜਾ ਯਥਾਰਥ ਗਿਆਨ ਉਹ ਬ੍ਰਹਮ ਗਿਆਨ ਹੈ। ਜੇ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕਰਦਾ ਇਹ ਦੇਹ ਪਾ ਕੇ ਨਾਮ ਸਿਮਰ ਕੇ, ਇਹ ਫਿਰ ਦੇਹ ਨਿਸਫਲ ਹੀ ਚਲੀ ਜਾਂਦੀ ਹੈ। ਨਿਫਲ ਹੋਤ ਦੁਖ ਕੋ ਅਧਿਕਾਰੀ ਨਿਸਫਲ ਹੋ ਜਾਂਦੀ ਹੈ ਤੇ ਦੁੱਖਾਂ ਦਾ ਅਧਿਕਾਰੀ ਹੋ ਜਾਂਦਾ ਹੈ। ਫਿਰ ਇਹ ਦੁੱਖਾਂ ਦਾ ਹੀ ਅਧਿਕਾਰੀ ਹੈ ਮਨੁੱਖ ਜਿਹੜਾ ਨਾਮ ਨਹੀਂ ਸਿਮਰਦਾ। ਤੀਨ ਅਵਸਥਾ ਰਹਿ ਅਬਚਾਰੀ ਜਿਹੜੀਆਂ ਤਿੰਨ ਅਵਸਥਾ ਹੈ, ਬਚਪਨਾ, ਜਵਾਨੀ, ਬੁਢੇਪਾ, ਇਹ ਵਿਚਾਰ ਤੋਂ ਬਿਨਾਂ ਨਿਸਫਲ ਹੀ ਰਹਿ ਜਾਂਦੀਆਂ, ਕਿਸੇ ਅਰਥ ਨਹੀਂ ਹੈ ਤਿੰਨੇ ਅਵਸਥਾ। ਨਿਗਸਤ ਜੋਨ ਅਧਿਕ ਦੁਖ ਪਾਵਾ ਵੇਖੋ ਭਾਈ ਸਿੱਖੋ, ਜਦੋਂ ਇਹ ਮਨੁੱਖ ਜਦੋਂ ਜੂਨਾਂ ਵਿੱਚੋਂ ਮਾਂ ਦੇ ਪੇਟ ਵਿੱਚੋਂ ਨਿਕਲਦਾ ਤੇ ਬਹੁਤ ਦੁੱਖ ਪਾਉਂਦਾ ਇਹ ਜੀਵ। ਰਹਿਰ ਤਨਕ ਤਨ ਧਰ ਪੁਨ ਆਵਾ ਤੇ ਇਹ ਬਾਹਰ ਤਨਕ, ਇਹ ਮਾਂ ਦੇ ਪੇਟ ਵਿੱਚੋਂ ਛੋਟਾ ਜਿਹਾ ਸਰੀਰ ਜਿਹਾ ਧਾਰ ਕੇ ਫਿਰ ਬਾਹਰ ਆਉਂਦਾ ਔਖਾ ਹੋਇਆ। ਬਲ ਬਹੀਨ ਮੂਰਖਤਾ ਭਾਰੀ ਉਦੋਂ ਤਾਕਤ ਤੋਂ ਬਿਨਾ ਹੁੰਦਾ, ਇਹਦੇ 'ਚ ਕੋਈ ਤਾਕਤ ਨਹੀਂ ਹੁੰਦੀ ਤੇ ਮੂਰਖਤਾ ਬੜੀ ਭਾਰੀ ਹੁੰਦੀ ਹੈ। ਐਵੇਂ ਆਵਾ ਤਾਵਾ ਵਿਆਂ ਕਦੀ ਟੀ ਇਸੇ ਤਰ੍ਹਾਂ ਇਹ ਮੂਰਖਤਾ ਬੜੀ ਭਾਰੀ ਹੁੰਦੀ, ਨਿਰਾ ਜਾੜੀ ਹੁੰਦਾ ਹੈ। ਅਕਲ ਮੌਤ ਇਹਨੂੰ ਹੁੰਦੀ ਨਹੀਂ ਹੈ ਉਸ ਵੇਲੇ। ਗ੍ਰਹਿ ਕ੍ਰਿਤ ਕਰਤ ਗੇਰ ਮਹਦਾਰੀ ਇਹ ਤਾਂ ਇਹਦੇ 'ਚ ਮੂਰਖਤਾ ਭਾਰੀ ਹੈ, ਬਲ ਤੋਂ ਬਿਨਾ ਹੁੰਦਾ ਹੈ ਕਿ ਇਹਦੀ ਜਿਹੜੀ ਮਾਂ ਹੁੰਦੀ ਹੈ ਜੀਵ ਦੀ, ਉਹ ਇਹਨੂੰ ਸੁੱਟ ਕੇ ਤੇ ਆਪ ਘਰ ਦੇ ਕੰਮ ਕਰਦੀ ਫਿਰਦੀ ਹੈ, ਇੱਧਰ ਉੱਧਰ ਮਾਂ ਟਹਿਲਦੀ ਫਿਰਦੀ ਹੈ ਤੇ ਇਹਨੂੰ ਸੁੱਟਿਆ ਹੁੰਦਾ ਭੰਗੂੜੇ ਵਿੱਚ। ਚੌਪਈ ਬਾਲ ਅਵਸਥਾ ਕੇ ਵਿਖੇ ਮਹਾਰਾਜ ਜੋ ਬਾਲਕ ਅਵਸਥਾ ਦੇ ਨਾ ਚਿੰਨ੍ਹ ਉਹ ਦੱਸ ਰਹੇ ਵੀ ਬਾਲਕ ਅਵਸਥਾ ਵਿੱਚ ਨੂੰ ਕੀ ਦੁੱਖ ਹੁੰਦਾ ਹੈ ਜੀਵ ਨੂੰ। ਤੇ ਨਾਲ ਹੀ ਇਹ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਆ, ਜਿਹੜੇ ਲੋਕ ਕਹਿੰਦੇ ਆ ਵੀ ਬੱਚਾ ਹੈ ਜੀ ਨਾਮ ਜਪ ਲੂਗਾ, ਉਹਨਾਂ ਨੂੰ ਇਹ ਸਿੱਖਿਆ ਵਿੱਚ ਹੀ ਹੈ ਵੀ ਬਚਪਨਾ ਵੀ ਭਾਈ ਜਵਾਨੀ ਵਿੱਚ ਜਿਹੜਾ ਬਚਪਨਾ ਇਹ ਵੀ ਨਾਮ ਜਪਣ ਲਈ ਮਾਰ ਨੇ ਦਿੱਤਾ ਹੈ, ਇਹ ਚੰਚਲਤਾ ਹੀ ਕਰਨ ਵਾਸਤੇ ਨਹੀਂ ਦਿੱਤਾ ਹੈ। ਮਹਾਰਾਜ ਕਹਿੰਦੇ ਬਾਲਕ ਅਵਸਥਾ ਵਿੱਚ, ਪੜ੍ਹ ਦੁਬਾਰਾ, ਬਾਲ ਅਵਸਥਾ ਕੇ ਵਿਖੇ ਬਾਲਕ ਅਵਸਥਾ ਦੇ ਵਿੱਚ ਜਦੋਂ ਇਹ ਬੱਚਾ ਹੁੰਦਾ ਜੀਵ, ਇਤੇ ਹੋਤ ਵਿਕਾਰ ਇਹਦੇ ਵਿੱਚ ਇੰਨੇ ਵਿਕਾਰ ਹੁੰਦੇ ਆ ਮਾੜੇ। ਭਰਾਤ ਜਲਨਤਾ ਚਪਲਤਾ ਭਰਾਤ ਕਹੀਏ ਇਹਦੇ 'ਚ ਭਰਮ ਬੜਾ ਹੁੰਦਾ, ਛੋਟੇ ਹੁੰਦੇ 'ਚ ਭੁਲੇਖਾ ਬੜਾ ਹੁੰਦਾ ਇਹਦੇ ਵਿੱਚ, ਇਵੇਂ ਭੁਲੇਵਾਂ ਭੁੱਲਦਾ ਬਹੁਤ ਹੈ, ਭ੍ਰਾਂਤੀ ਇਹ ਬੜਾ ਹੀ ਹੈ ਨਾ ਜਿਹੜਾ ਸਾਧ ਸੰਗਤ ਜੀ ਇਹ ਭੁਲੱਕੜ ਹੁੰਦਾ ਹੈ। ਇਸੇ ਤਰ੍ਹਾਂ ਜਲਨਤਾ, ਤੇ ਜਲਨਤਾ ਇਹਦੇ ਵਿੱਚ ਸਾੜ ਬੜਾ ਹੁੰਦਾ ਛੋਟੇ ਹੁੰਦੇ 'ਚ, ਐਵੇਂ ਠਿਣੀ ਕਦੀ ਕਿਸੇ ਨੇ ਚੁੱਕ ਲਿਆ ਉੱਧਰ ਰੋਣਾ ਸ਼ੁਰੂ ਕਰ ਦੇਣਾ, ਕਦੀ ਦੂਜੇ ਨੇ ਚੁੱਕ ਲਿਆ ਉੱਧਰ ਰੋਣਾ ਸ਼ੁਰੂ ਕਰ ਦੇਣਾ, ਐਵੇਂ ਸਾੜ ਬੜਾ ਹੁੰਦਾ ਹੈ। ਚਪਲਤਾ ਫਿਰ ਚੰਚਲਤਾ ਹੀ ਬੜੀ ਹੁੰਦੀ। ਇਹ ਜਲਨਤਾ
ਇਵੇਂ ਜਲ ਭਰਮ ਬੜਾ ਹੁੰਦਾ ਅਤੇ ਜਲਨ ਤਾਂ ਸਾੜ ਬੜਾ ਹੁੰਦਾ, ਇਹ ਆਪ ਜੀ ਨੂੰ ਪਤਾ ਹੀ ਹੈ। ਉਹ ਜਿਵੇਂ ਕਹਿੰਦੇ ਇੱਕ ਪਰਿਵਾਰ ਵਿੱਚ ਬੱਚਾ ਹੋਇਆ ਸੀ ਅਤੇ ਉਹ ਇੰਨਾ ਜਿੱਦੀਆ ਕਿਉਂਕਿ ਬਾਲ ਹੱਠ ਬੜਾ ਮਾੜਾ ਹੁੰਦਾ, ਜਿਹਦੇ ਕਰਕੇ ਜੀਵ ਦੁੱਖ ਪਾਉਂਦਾ ਬਚਪਨੇ ਵਿੱਚ, ਹੱਠ ਕਰਕੇ ਰੋ ਰੋ ਕੇ ਮਰੀ ਜਾਂਦਾ ਹੈ। ਅਤੇ ਉਹ ਬੱਚਾ ਉਹਨਾਂ ਦਾ ਬੜਾ ਹਠੀਆ ਸੀ, ਰੋਈ ਜਾਏ, ਮਾਂ ਪਿਓ ਬੜੇ ਤੰਗ। ਉਹ ਕੋਈ ਲਾਗੋਂ ਗਵਾਂਢੀ ਸੀ, ਉਹ ਕਹਿੰਦਾ ਵੀ ਰੋਂਦਾ ਕਾਹਨੂੰ ਹੈ, ਤੁਸੀਂ ਇਹਨੂੰ ਚੁੱਪ ਕਿਉਂ ਨਹੀਂ ਕਰਾਉਂਦੇ? ਕਹਿੰਦੇ ਅਸੀਂ ਤਾਂ ਥੱਕ ਗਏ ਇਹਨੂੰ ਚੁੱਪ ਕਰਾ ਕੇ, ਕਰੀਏ ਕੀ, ਇਹ ਤਾਂ ਬਹੁਤ ਜਿੱਦੀਆ ਹੈ ਜ਼ਿਆਦਾ। ਕਹਿੰਦੇ ਵੀ ਤੁਸੀਂ ਉਹਨੂੰ ਰਵਾਉਂਦੇ ਕਾਹਨੂੰ ਹੋ, ਜੋ ਮੰਗਦਾ ਉਹਨੂੰ ਤੁਸੀਂ ਦੇ ਦਿਓ, ਜੋ ਮੰਗਦਾ ਉਹ ਤੁਸੀਂ ਇਹਨੂੰ ਦੇ ਦਿਓ, ਅਤੇ ਰਵਾਉਣਾ ਕਾਹਨੂੰ ਵਿਚਾਰੇ ਛੋਟੇ ਜਿਹੇ ਬੱਚੇ ਨੂੰ? ਕਹਿੰਦੇ ਅਸੀਂ ਤਾਂ ਥੱਕ ਗਏ ਹਾਂ ਅਤੇ ਤੂੰ ਹੀ ਇਹਨੂੰ ਚੁੱਪ ਕਰਾ ਲਾ। ਉਹਨੇ ਚੁੱਕ ਲਿਆ ਕੁੱਛੜ ਅਤੇ ਲੈ ਗਿਆ ਬਾਹਰ, ਕਹਿੰਦਾ ਪੁੱਤਰ ਰੋਣਾ ਨਹੀਂ, ਜੋ ਤੈਨੂੰ ਚਾਹੀਦਾ ਤੂੰ ਮੰਗ, ਤੈਨੂੰ ਦਿਆਂਗਾ। ਅਤੇ ਚਲੋ ਤੁਰ ਗਏ। ਰਾਹ 'ਚ ਕਿਤੇ ਮੱਘੀਆਂ ਜਿਹੀਆਂ ਪਈਆਂ ਸਨ, ਉਹ ਇਸ਼ਾਰਾ ਜਿਹਾ ਕੀਤਾ ਵੀ ਮੈਨੂੰ ਮੱਘੀਆਂ ਚਾਹੀਦੀਆਂ। ਉਹਨੇ ਮੱਘੀਆਂ ਲੈ ਤੀਆਂ, ਇਹ ਚੁੱਪ ਕਰ ਗਿਆ। ਅੱਗੇ ਗਏ ਅਤੇ ਉਹ ਖਿਡੌਣੇ ਆ ਗਏ, ਫਿਰ ਰੋਣਾ ਸ਼ੁਰੂ ਕਰ ਦਿੱਤਾ। ਕਹਿੰਦਾ ਪੁੱਤਰ ਰੋਣਾ ਕਾਹਨੂੰ, ਜੋ ਚਾਹੀਦਾ ਮੰਗ। ਕਹਿੰਦਾ ਮੈਂ ਖਿਡੌਣੇ ਲੈਣੇ ਆ। ਉਹ ਖਿਡੌਣੇ ਲੈ ਲਏ, ਅਤੇ ਉਹ ਖਿਡੌਣਿਆਂ ਵਿੱਚ ਇੱਕ ਹਾਥੀ ਵਾਹ ਤਕੜਾ ਜਿਹਾ ਬਣਾਇਆ ਹੋਇਆ ਸੀ ਮਿੱਟੀ ਦਾ, ਉਹ ਵੀ ਲੈ ਲਿਆ। ਜਦੋਂ ਲੈ ਕੇ ਆ ਗਏ ਅਤੇ ਫਿਰ ਕਵੇ ਵੀ ਇਹ ਜਿਹੜਾ ਹਾਥੀ ਹੈ ਮੱਘੀ ਦੇ ਵਿੱਚ ਪਾਉਣਾ। ਹੁਣ ਮੱਘੀ ਛੋਟੀ, ਹਾਥੀ ਤਗੜਾ ਸੀ। ਉਹ ਬੱਚਾ ਕਵੇ ਪਾਉਣਾ, ਅਤੇ ਉਹ ਕਵੇ ਵੀ ਮੂਰਖਾ ਇਹ ਕਿੱਦਾਂ ਪੈ ਜਾਊਗਾ, ਇਹ ਨਹੀਂ ਪੈਣਾ ਵਿੱਚ। ਪਰ ਉਹ ਬੱਚਾ ਰੋਣੋਂ ਹਟੇ ਕਿੱਥੇ, ਹੁਣ ਬਾਲ ਹੱਠ ਔਂਤਰਾ ਬਹੁਤ ਹੁੰਦਾ। ਉਹ ਤਾਂ ਰੋਈ ਜਾਵੇ। ਕਹਿੰਦਾ ਪੁੱਤਰਾ ਪੈਣਾ ਨਹੀਂ। ਕਹਿੰਦਾ ਜੇ ਪੈਣਾ ਨਹੀਂ ਤਾਂ ਮੈਂ ਚੁੱਪ ਨਹੀਂ ਕਰਨਾ। ਕਹਿੰਦਾ ਮੈਂ ਚੁੱਪ ਨਹੀਂ ਕਰਨਾ। ਅਤੇ ਉਹ ਖੀਰੀ ਫਿਰ ਕਹਿੰਦਾ ਵੀ ਇਹ ਮੂਰਖ ਨੇ ਕਹਿੰਦੇ ਹਟਣਾ ਨਹੀਂ ਹੈ। ਉਸ ਵੇਲੇ ਉਹਦੇ ਲੈ ਤੋੜ ਭੰਨ ਕੇ ਪਾ ਦਿੰਦੇ ਹਾਂ। ਤੋੜ ਭੰਨ ਕੇ ਉਹਨਾਂ ਹਾਥੀ ਪਾ ਦਿੱਤਾ ਮੱਘੀ 'ਚ, ਅਤੇ ਚੁੱਪ ਕਰ ਗਿਆ। ਅਤੇ ਫਿਰ 2 ਮਿੰਟ ਬਾਅਦ ਰੋਣਾ ਸ਼ੁਰੂ ਕਰ ਦਿੱਤਾ। ਸੂਰਜ ਵੱਲ ਹੱਥ ਕਰ ਦਿੱਤਾ, ਰੋਣ ਲੱਗ ਪਿਆ। ਕਹਿੰਦਾ ਉਹ ਸੂਰਜ ਲਿਆ ਕੇ ਮੱਘੀ 'ਚ ਪਾਓ। ਹੁਣ ਕੌਣ ਸੂਰਜ ਨੂੰ ਲਿਆਵੇ ਅਤੇ ਕਿਹੜਾ ਮੱਘੀ ਵਿੱਚ ਉਹਨੂੰ ਪਾਵੇ? ਉਹ ਬੰਦਾ ਵੀ ਵਿਚਾਰਾ ਹਾਰ ਹੰਬ ਗਿਆ ਵੀ ਇਹ ਤਾਂ ਮੂਰਖ ਹੀ ਹੈ ਜਮਾਂ ਹੀ ਬੱਚਾ, ਇਹਦਾ ਮੈਂ ਕੀ ਕਰਾਂ? ਇਵੇਂ ਸਾਧ ਸੰਗਤ ਜੀ ਮਹਾਰਾਜ ਦੱਸ ਰਹੇ ਇਹੀ ਗੱਲ ਵੀ ਭਰਾਂਤੀ ਕਹੀਏ ਨੂੰ ਭਰਮ ਬੜਾ ਹੁੰਦਾ ਛੋਟੇ ਹੁੰਦੇ ਨੂੰ, ਇਹਨੂੰ ਭੁਲੇਵਾਂ ਬੜਾ ਹੁੰਦਾ, ਮੂਰਖਤਾ ਬੜੀ ਹੁੰਦੀ ਇਹਦੇ ਵਿੱਚ, ਜਮਾਂ ਹੀ ਮੂਰਖਤਾ। ਵੀ ਸੂਰਜ ਹੁਣ ਕਿਹੜਾ ਇਹਨੂੰ ਪਾ ਕੇ ਦੇਵੇ ਮੱਘੀ ਦੇ ਵਿੱਚ? ਜਨਤਾ ਸਾੜ ਬੜਾ ਹੁੰਦਾ, ਠਿਣੀ ਕਈ ਬੱਚੇ ਕੰਨੋਂ ਨਹੀਂ ਹਟਦੇ ਹੁੰਦੇ। ਚਪਲਤਾ ਚੰਚਲਤਾ ਬੜੀ ਹੈ, ਕਦੀ ਕਿਸੇ ਪੌੜੀ 'ਤੇ ਚੜ੍ਹ ਜਾ, ਕਦੀ ਕਿਤੇ ਮੰਜੀ ਥੱਲੇ ਵੜ ਜਾ। ਉਹ ਮਾਂ ਸਾਰੀ ਜਿਹੜੀ ਰੌਲਾ ਹੀ ਪਾਉਂਦੀ ਰਹਿੰਦੀ ਹੈ। ਫਿਰ ਇੱਛਾ ਬੜੀ ਹੁੰਦੀ ਹੈ ਪਦਾਰਥਾਂ ਦੀ, ਮੈਨੂੰ ਆਹ ਵੀ ਮਿਲ ਜੇ, ਮੈਨੂੰ ਆਹ ਵੀ ਮਿਲ ਜੇ। ਬੱਚਾ ਜਿੱਥੇ ਵੇਖੋ ਹਾਥੀ ਖੜਿਆ ਕਰ ਦੂ, ਮੈਨੂੰ ਆਹ ਵੀ ਲੈ ਦਿਓ, ਆਹ ਵੀ ਲੈ ਦਿਓ, ਨਾਲ ਲੱਤਾਂ ਮਾਰੀ ਜਾਓ, ਰੋਈ ਜਾਊਗਾ। ਦੀਨਤਾ ਧਾਰਦਾ, ਫਿਰ ਦੀਨਤਾ ਬੜੀ ਧਾਰਦਾ। ਆਈ ਨਿਮਾਣਾ ਬਹੁਤ ਹੁੰਦਾ ਹੈ ਦੂਜਿਆਂ ਦੇ ਆਧਾਰ 'ਤੇ, ਪਰਵਸ ਬੜਾ ਹੁੰਦਾ, ਹਰ ਇੱਕ ਚੀਜ਼ ਦੂਜੇ ਪਾਸੇ ਮੰਗਦਾ ਹੈ। ਮਹਾਰਾਜ ਦੱਸ ਰਹੇ ਹੈ ਹੁਣ ਖੁਲਾਸਾ ਕਰਕੇ ਵੀ ਪਹਿਲਾਂ ਤਾਂ ਇਸ ਤਰ੍ਹਾਂ ਜਾਣ ਲਈਏ ਵੀ ਸ਼ਕਤੀ ਤੋਂ ਬਿਨਾਂ ਹੁੰਦਾ, ਆਪਣਾ ਕੋਈ ਦਾ ਬਲ ਨਹੀਂ ਹੁੰਦਾ, ਦੂਜਿਆਂ ਦੇ ਆਧਾਰ 'ਤੇ ਹੁੰਦਾ ਹੈ। ਕਛੂ ਨਾ ਕ੍ਰਿਤ ਹੋਤ ਹੈ ਜੈਸੇ, ਜਿਸ ਕਰਕੇ ਵੀ ਬਲ ਆਪਣਾ ਕੋਈ ਹੁੰਦਾ ਨਹੀਂ ਅਤੇ ਹੱਥੀਂ ਕੋਈ ਕੰਮ ਇਹਦੇ ਕੋਲ ਹੁੰਦਾ ਨਹੀਂ ਹੈ। ਐਵੇਂ ਡਿਗ ਡੋਲੇ ਜੇ ਖਾਂਦਾ ਫਿਰਦਾ, ਰੁੜਦਾ ਫਿਰਦਾ ਹੈ। ਪੁਨ ਮੂਰਖ ਘਟ ਸਮਝ ਨਾ ਸਕਈ, ਫਿਰ ਜੀਵ ਛੋਟਾ ਹੁੰਦਾ, ਮੂਰਖ ਬੜਾ ਹੁੰਦਾ, ਕੋਈ ਸਮਝ ਨਹੀਂ ਸਕਦਾ। ਜੋ ਮਰਜ਼ੀ ਰੌਲਾ ਪਾਈ ਜਾਵੇ, ਮਾਂ ਇਹਨੂੰ ਕੀ ਪਤਾ, ਜੇ ਰੋਣਾ ਤੇ ਰੋਈ ਜਾਣਾ ਹੈ, ਜੇ ਚੁੱਪ ਕੀਤਾ ਤੇ ਚੁੱਪ ਕੀਤੇ ਪਏ ਰਹਿਣਾ ਹੈ। ਭਰਮ ਭਰਿਓ ਅਨ ਅਨ ਕੋ ਤਕਈ, ਭਰਮ ਦਾ ਭਰਿਆ ਹੋਇਆ ਕਦੀ ਹੋਰ ਐਵੇਂ ਤੱਕਦਾ। ਛੋਟਾ ਜਿਹਾ ਬੱਚਾ ਉਹ ਰੇੜੀ ਜਾਊ ਵਿਹੜੇ ਦੇ ਵਿੱਚ, ਕਦੀ ਮਿੱਟੀ ਫੜ ਲਾ, ਕਦੀ ਖੰਡ ਫੜ ਲਾ, ਕਦੀ ਕੋਈ ਚੀਜ਼ ਫੜ ਲਾ, ਕਦੀ ਅੱਗ ਨੂੰ ਫੜ ਲਾ, ਕੋਈ ਤੱਤੀ ਚੀਜ਼ ਫੜ ਲਾ।
ਐਵੇਂ ਭਰਮ ਦਾ ਭਰਿਆ ਕਦੀ ਹੋਰ ਤੱਕਦਾ ਹੀ ਰਹਿੰਦਾ ਹੈ। ਬਾਹਰ ਜਲਨ ਤਾ ਜੋ ਕੁਛ ਚਾਹੀ। ਫਿਰ ਇਹਨੂੰ ਸਾੜ ਬੜਾ ਹੁੰਦਾ ਬੱਚੇ ਨੂੰ, ਜੋ ਕੁਝ ਵੀ ਚਾਹੀਦਾ ਹੀ ਹੈ, ਆ ਵੀ ਦੇ ਦਿਓ, ਆ ਵੀ ਦੇ ਦਿਓ। ਜਲਤ ਰਹਿਤ ਸੋ ਪਾਵਤ ਨਾਹੀ। ਸੜਦਾ ਰਹਿੰਦਾ ਵਿਚਾਰਾ, ਕਿਉਂਕਿ ਪਾਉਂਦਾ ਨਹੀਂ ਹੈ, ਮੰਗਦਾ ਹੈ ਤੇ ਰੋਈ ਜਾਂਦਾ। ਛੋਟਾ ਜਿਹਾ ਬੱਚਾ, ਹੁਣ ਮਾਂ ਪਿਓ ਨੂੰ ਕਿਸੇ ਵੇਲੇ ਸਮਝ ਨਹੀਂ ਆਉਂਦੀ ਤੇ ਰੋਈ ਜਾਂਦਾ। ਫਿਰ ਹਾਰ ਕੇ ਫਿਰ ਮਾਂ ਵੀ ਥਾਪੜਾ ਲਾਈ ਦਿੰਦੀ ਹੈ। ਕੱਪ ਇੱਕ ਥਲ ਥਿਰ ਰਹਿ ਨਾ ਸਕਤ ਜਸ। ਮਹਾਰਾਜ ਕਹਿੰਦੇ ਸੰਗਤ ਜੀ ਸਿੱਖੋ ਵੀ ਇਹਦੇ ਇਸ ਤਰ੍ਹਾਂ ਦੀ ਹਾਲਤ ਹੁੰਦੀ ਜਿਵੇਂ ਬਾਂਦਰ ਇੱਕ ਥਾਂ ਟੇਕੇ ਨਹੀਂ ਨਾ ਬੈਠਦਾ, ਤੇ ਇਸੇ ਤਰ੍ਹਾਂ ਇਹਦਾ ਹਾਲ ਹੁੰਦਾ ਹੈ ਵੀ ਇਹ ਵੀ ਇੱਕ ਥਾਂ ਟੇਕੇ ਨਹੀਂ ਬੈਠਦਾ, ਬਹੁਤ ਚੰਚਲ ਹੁੰਦਾ ਬੱਚਾ। ਤਿਉ ਨਹ ਠਹਿਰਾ ਚੰਚਲਤਾ ਅਸ। ਤਿਵੇਂ ਠਹਿਰਦਾ ਨਹੀਂ, ਚੰਚਲਤਾ ਬੜੀ ਹੁੰਦੀ ਆ। ਕਈ ਵੇਲੇ ਮਾਂ ਪਿਓ ਵਿਚਾਰੇ ਇੱਧਰ ਆਪਣੇ ਕੰਮ 'ਤੇ ਲੱਗੇ ਹੁੰਦੇ, ਕਦੀ ਪੌੜੀਆਂ 'ਤੇ ਚੜ੍ਹ ਜਾ, ਫਿਰ ਘਰ ਦੇ ਰੌਲਾ ਪਾਉਂਦੇ, ਮੁੰਡਾ ਕਿੱਥੇ ਚੱਲ ਗਿਆ ਜੀ, ਡਿੱਗ ਕੇ ਵੈਸੇ ਕੀ ਬਣੂਗਾ। ਉੱਧਰੋਂ ਫੜ ਕੇ ਲਿਆਉਂਦੇ ਆ, ਫਿਰ ਕਦੀ ਇੱਧਰ ਕਦੀ ਉੱਧਰ। ਐਵੇਂ ਮਾਂ ਪਿਓ ਨੂੰ ਇਹ ਠਹਿਰ ਨਹੀਂ, ਟਿਕਣ ਨਹੀਂ ਦਿੰਦਾ, ਸਾਰੀ ਦਿਹਾੜੀ ਹੰਭਾ ਮਾਰਦਾ ਹੈ। ਇੱਛਾ ਸਦਾ ਪਦਾਰਥ ਕੇਰੀ। ਸਦਾ ਹੀ ਪਦਾਰਥਾਂ ਦੀ ਇੱਛਾ ਬਣੀ ਰਹਿੰਦੀ ਹੈ। ਭਾਵੇਂ ਹੁਣੇ ਉਹ ਇੱਕ ਚੀਜ਼ ਖਾਧੀ, ਦੂਜੀ ਡਾਓ ਵੀ ਕਹਿਣਾ ਮੈਨੂੰ ਦੇ ਦਿਓ। ਹੋਤ ਦੀਨਤਾ ਸਭਨ ਅਗੇਰੀ। ਫਿਰ ਸਾਰਿਆਂ ਦੇ ਅੱਗੇ ਦੀ ਅਧੀਨਤਾ ਬੜੀ ਹੁੰਦੀ ਹੈ। ਆਪਣੇ ਆਪ ਵਿਚਾਰਾ ਕੁਝ ਕਰ ਨਹੀਂ ਸਕਦਾ, ਮੰਗਦਾ ਹੀ ਰਹਿੰਦਾ ਹੱਥ ਖੋਲ ਕੇ। ਮੂੜ ਗੋਂਗਾ ਪਵਿੱਤਰ ਰਹਾਈ। ਮਹਾਰਾਜ ਕਹਿੰਦੇ ਮੂਰਖ ਬਹੁਤ ਜ਼ਿਆਦਾ ਹੁੰਦਾ ਹੈ, ਜੀਵ ਛੋਟਾ ਹੁੰਦਾ, ਫਿਰ ਗੂੰਗਾ ਹੁੰਦਾ, ਬੋਲ ਸਕਦਾ ਨਹੀਂ, ਰੋਈ ਜਾਂਦਾ ਹੈ, ਅਪਵਿੱਤਰ ਰਹਿੰਦਾ, ਵਿੱਚ ਹੀ ਮਲ ਮੂਤਰ ਕਰ ਦਿੰਦਾ ਹੈ। ਪਾਸ਼ਤ ਵਸਤ ਨਾ ਉਚਰ ਸਕਾਈ। ਅਪਵਿੱਤਰ ਰਹਾਈ ਐਵੇਂ ਗਲੀਆਂ ਮੁਹੱਲਿਆਂ ਵਿੱਚ ਰਿੜਦਾ ਫਿਰਦਾ, ਮਿੱਟੀ ਨਾਲ ਭਰਿਆ ਰਹਿੰਦਾ ਹੈ। ਪਾਸ਼ਤ ਵਸਤ ਨਾ ਉਚਰ ਸਕਾਈ। ਜਿਹੜੀ ਵਸਤੂ ਚਾਹੀਦੀ ਨਾ ਇਹਨੂੰ ਮਨ ਭਾਉਂਦੀ ਬੱਚੇ ਨੂੰ, ਉਹ ਉਚਾਰ ਕੇ ਮੰਗ ਨਹੀਂ ਸਕਦਾ, ਕਹਿ ਨਹੀਂ ਸਕਦਾ ਵੀ ਮੈਨੂੰ ਤੇ ਆਹ ਚਾਹੀਦਾ ਸੀ। ਉਹ ਜਦੋਂ ਕਦੋਂ ਵੀ ਮਾਂ ਪਿਓ ਦੁੱਧ ਹੀ ਇਕੱਲਾ ਦੇ ਦਿੰਦੇ ਅੱਗੋਂ। ਮਾਤ ਪਿਤਾ ਕੋ ਭਨਤ ਰਹਾਈ। ਐਵੇਂ ਮਾਂ ਪਿਓ ਦਾ ਇਹਨੂੰ ਫਿਰ ਭੈ ਵੀ ਹਮੇਸ਼ਾ ਰਹਿੰਦਾ। ਜਦੋਂ ਮੰਨਦਾ ਨਹੀਂ ਹੈ ਉਹ ਮਾਂ ਫਿਰ ਦੋ ਚਾਰ ਲਾ ਦਿੰਦੀ ਹੈ, ਜਿਸ ਕਰਕੇ ਡਰਦਾ ਰਹਿੰਦਾ ਹੈ। ਖਿਨ ਖਿਨ ਵਿਖਾ ਅਨਾਦਰ ਲਹਾਈ। ਐਵੇਂ ਖਿਨ ਖਿਨ ਸਮੇਂ ਵਿੱਚ ਵਿਚਾਰਾ ਅਨਾਦਰ ਲੈਂਦਾ, ਅਪਮਾਨ ਸਹਿੰਦਾ ਹੈ ਵੀ ਉਹ ਬਾਰ ਰੋਂਦਾ ਹੈ, ਮਾਂ ਕੁੱਟ ਦਿੰਦੀ ਹੈ, ਫਿਰ ਕੁੱਟ ਖਾ ਕੇ ਚੁੱਪ ਕਰ ਜਾਂਦਾ ਹੈ, ਫਿਰ ਰੋਂਦਾ, ਫਿਰ ਕੁੱਟ ਖਾ ਕੇ ਚੁੱਪ ਕਰ ਜਾਂਦਾ ਹੈ। ਐਵੇਂ ਅਨਾਦਰ ਹੀ ਲੈਂਦਾ ਇਹ ਜੀਵ। ਜੋ ਕੂਕਰ ਦਵਾਰ ਨ ਕੋ ਜਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਖੋ ਐਵੇਂ ਹਾਲਤ ਹੁੰਦੀ ਛੋਟੇ ਹੁੰਦੇ ਦੀ, ਜਿਵੇਂ ਕੁੱਤਾ ਦੀਵਾਰਾਂ ਕਦੀ ਕਿਸੇ ਘਰ ਦੇ ਬੂਹੇ ਅੱਗੇ, ਕਦੀ ਕਿਸੇ ਘਰ ਦੇ ਬੂਹੇ ਅੱਗੇ ਜਾਂਦਾ ਹੈ। ਬਾਰ ਬਾਰ ਅਪਮਾਨ ਨਹਿ ਪਾਈ। ਉਹ ਕੁੱਤਾ ਵਿਚਾਰਾ ਬਾਰ ਅਪਮਾਨ ਪਾਉਂਦਾ ਹੈ। ਜਿਹਦੇ ਘਰ ਅੱਗੇ ਜਾਂਦਾ ਨਾ ਕੁੱਤਾ, ਉਹ ਕਹਿੰਦੇ ਤੂੰ ਮਰ ਜੇ, ਕਿੱਧਰ ਆ ਗਿਆ। ਇਹ ਉਹ ਘਰ ਦੇ ਲੱਖ ਗਾਲ ਕੱਢਦੇ, ਦਰਵਾਜ਼ਾ ਬੰਦ ਕਰ ਦਿੰਦੇ ਹੈ ਤੇ ਕੁੱਤੇ ਨੂੰ ਭਜਾ ਦਿੰਦੇ ਹੈ। ਇਸੇ ਤਰ੍ਹਾਂ ਇਹ ਜੀਵ ਰੂਪੀ ਕੁੱਤਾ ਰੋਣ ਰੂਪੀ ਵਾਰ ਭੌਂਕਦਾ ਹੈ। ਮਾਂ ਰੂਪੀ ਜਿਹੜੇ ਹੈ ਉਹ ਗਵਾਂਢੀ ਲੋਕ ਜਾਂ ਘਰਾਂ ਦੇ ਮਾਲਕ ਦਬਕੇ ਮਾਰਦੇ ਨੇ, ਥੱਪੜ ਮਾਰ ਕੇ ਚੁੱਪ ਕਰਾਉਂਦੇ, ਦੋ ਚਾਰ ਲਾ ਕੇ। ਬਾਲ ਅਵਸਥਾ ਆਸ ਦੁਖ ਖਾਨੇ। ਐਵੇਂ ਭਾਈ ਸਿੱਖੋ ਬਾਲ ਅਵਸਥਾ ਐਸੀ ਦੁੱਖਾਂ ਦੀ ਖਾਣ ਹੈ ਜਿਹਦੇ ਵਿੱਚ ਕੋਈ ਸੁੱਖ ਤੇ ਨਜ਼ਰੀ ਨਹੀਂ ਆਉਂਦਾ। ਜਿਸ ਮਹਿ ਸੁਖ ਕੀ ਰੰਚ ਨਾ ਜਾਣੀ। ਜਿਸ ਬਾਲਕ ਅਵਸਥਾ ਵਿੱਚ ਸੁੱਖ ਦੀ ਰੰਚਕ ਮਾਤਰ ਵੀ ਕੋਈ ਗੱਲ ਨਹੀਂ ਜਾਣੀ ਜਾਂਦੀ ਵੀ ਕੀ ਸੁੱਖ ਹੈ। ਐਵੇਂ ਵਿਚਾਰਾ ਉਹ ਧੱਕੇਸ਼ਾਹੀਆਂ ਕਰਾਉਂਦਾ ਰਹਿੰਦਾ ਆਪਣੇ ਉੱਪਰ। ਤਾਤੇ ਸਿਮਰਨ ਸ੍ਰੀ ਗੁਰਦਾਰਾ। ਉਂਝ ਅਸੀਂ ਕਹਿੰਦੇ ਸਾਧ ਸੰਗਤ ਜੀ ਇਹੀ ਸ਼ਾਹੀ ਜ਼ਿੰਦਗੀ ਹੈ ਵੀ ਆ ਬੱਚੇ ਦੀ ਜ਼ਿੰਦਗੀ ਸ਼ਾਹੀ ਹੈ, ਪਰ ਮਹਾਰਾਜ ਜੀ ਦੱਸ ਰਹੇ ਹੈ ਵੀ ਸ਼ਾਹੀ ਜ਼ਿੰਦਗੀ ਕਿਹੜੀ ਜ਼ਿੰਦਗੀ ਹੈ। ਤਾਂ ਮਹਾਰਾਜ ਕਹਿੰਦੇ ਤਾਂ ਤੇ ਇਸ ਕਰਕੇ ਭਾਈ ਜੋ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਨਰ ਧਨ ਧਰ ਕਾ ਕਰਹੁ ਉਧਾਰਾ। ਮਨੁੱਖ ਸਰੀਰ ਧਾਰ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਦਾ ਉਧਾਰ ਕਰ ਲਓ ਕਿ ਨਾ ਮਹਾਰਾਜ ਸਾਨੂੰ ਦੂਸਰਾ ਜਨਮ ਮਿਲੇ, ਨਾ ਹੀ ਬਚਪਨੇ ਚਾਹੀਏ, ਨਾ ਜਵਾਨੀ 'ਚ ਆ ਕੇ
ਨਾ ਬੁਢੇਪੇ ਜਾ ਕੇ ਧੱਕੇ ਖਾਈਏ। ਮੋਹਰੋ ਜੁਬਾ ਅਵਸਥਾ ਪਾਈ, ਜਦੋਂ ਬਚਪਨਾ ਲੰਘ ਜਾਂਦਾ ਹੈ, ਕਿਸ਼ੋਰ ਅਵਸਥਾ ਲੰਘਦੀ ਹੈ ਤੇ ਜਵਾਨੀ ਦੀ ਅਵਸਥਾ ਪਾ ਲੈਂਦਾ ਹੈ ਜੀਵ। ਕਾਮ ਪਿਸਾਚ ਲਗਹਿ ਤਬ ਧਾਈ, ਜਦੋਂ ਜਵਾਨੀ ਚੜ੍ਹਦੀ ਹੈ ਫਿਰ ਕਹਿੰਦਾ ਜਿਹੋ ਜਿਹੀ ਜਵਾਨੀ ਮੈਨੂੰ ਚੜ੍ਹੀ ਹੈ ਜੀ ਕਿਸੇ ਨੂੰ ਨਹੀਂ ਚੜ੍ਹੀ ਹੈ। ਤਦੋਂ ਦੌੜ ਕੇ ਕਾਮ ਰੂਪੀ ਜਿਹੜਾ ਭੂਤ ਇਹਨੂੰ ਆ ਟੱਕਰਦਾ ਆ ਲੱਗਦਾ ਹੈ। ਫਿਰਿਓ ਸਰੋਜ ਚਿਤ ਬਹੁ ਭਾਂਤੀ, ਜਿਹੜਾ ਚਿੱਤ ਹੈ ਨਾ, ਚਿੱਤ ਰੂਪੀ ਕਮਲ ਬਹੁਤ ਵਾਸ਼ਨਾ ਰੂਪੀ ਹੈ, ਤਰ੍ਹਾਂ ਤਰ੍ਹਾਂ ਨਾਲ ਖਿੜ ਜਾਂਦਾ, ਇਹਨੂੰ ਬੜੇ ਫੁਰਨੇ ਫੁਰਦੇ ਆ ਮਾੜੇ। ਇਛ ਪੰਖਰੀ ਜਿਹ ਬਿਗਸਾਤੀ, ਇਹ ਜਿਸ ਚਿੱਤ ਰੂਪੀ ਕਮਲ ਦੀਆਂ ਪੰਖੜੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਫੁਰਦੀਆਂ, ਵਾਸ਼ਨਾ ਫੁਰਦੀਆਂ, ਉਹ ਇੱਛਾ ਰੂਪ ਪੰਖੜੀਆਂ ਇਹਦੀਆਂ ਖਿੜਦੀਆਂ ਚਿੱਤ ਦੇ ਵਿੱਚ ਜਵਾਨੀ ਚੜੀ ਤੇ। ਜਿਉ ਨਿਰ ਧਨੀ ਧਨੀ ਕੇ ਪਾਸਾ, ਸਿੱਖੋ ਜਿਵੇਂ ਨਿਰਧਨੀ ਕੋਈ ਹੋਵੇ, ਜਿਵੇਂ ਜਿਉ ਨਿਰਧਨੀ ਧਨੀ ਕੇ ਪਾਸਾ, ਜਿਵੇਂ ਕੋਈ ਕੰਗਾਲ ਪੈਸੇ ਤੋਂ ਬਿਨਾਂ ਆ ਕੰਜੂਸ ਜਿਹੜਾ ਮਾਤੜ ਹੈ ਉਹ ਕਿਸੇ ਧਨਾੜ ਸ਼ਾਹੂਕਾਰ ਦੇ ਪਾਸ ਕਰਹਿ ਸਥਿਤੀ ਧਾਰ ਔਰ ਆਸਾ, ਉਹਦੇ ਵਿੱਚ ਪੈਸੇ ਦੀ ਇੱਛਾ ਜੀ ਧਾਰ ਕੇ ਆਪਣੀ ਸਥਿਤੀ ਕਰਦਾ, ਆਪਣੇ ਆਪ ਨੂੰ ਨੌਕਰ ਬਣ ਕੇ ਟਿਕਾਉਣਾ ਕਰਦਾ ਵੀ ਚਲੋ ਨਾਲ ਲੱਗਦਾ ਕਿਤੇ ਹੱਥ ਮੇਰਾ ਹੀ ਭਾਰੀ ਜਾਊਗਾ ਕਿਸੇ ਦਿਨ। ਤਿਉ ਪਿਖ ਜੁਆ ਜੋ ਸਰਬ ਵਿਕਾਰਾ, ਜਵਾ ਨਹੀਂ ਕਹਿਣਾ, ਜਵਾ ਕਹਿਣਾ। ਤਿਉ ਪਿਖ ਜਵਾ, ਤਿਵੇਂ ਜਵਾਨੀ ਰੂਪ ਸ਼ਾਹੂਕਾਰ ਨੂੰ ਦੇਖ ਕੇ ਜਿਹੜੇ ਸਾਰੇ ਵਿਕਾਰ ਹੈ ਨਿਰਧਨੀ ਆਏ ਸਥਿਤ ਹੋਇ ਨਰਨ ਮਜਾਰਾ, ਉਹ ਜਵਾਨੀ ਵਿੱਚ ਆ ਕੇ ਨਾ ਪੁਰਸ਼ ਦੇ ਆ ਕੇ ਸਰੀਰ ਵਿੱਚ ਸਥਿਤ ਹੋ ਜਾਂਦੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਆ ਕੇ ਟਿਕ ਜਾਂਦੇ ਆ ਨਿਰਧਨੀ। ਕਾਮ ਪਿਸਾਚ ਲੱਗਿਓ ਇਸ ਤਾਈ, ਇਸ ਜੀਵ ਦੇ ਤਾਈ ਕਾਮ ਰੂਪੀ ਜਿਹੜਾ ਭੂਤ ਮਾਸ ਖਾਣ ਵਾਲਾ ਪਿਸਾਚਰ ਆ ਲੱਗਦਾ ਹੈ। ਨਾਰ ਗਰਤ ਮਹ ਦੇ ਡਿਗਾਈ, ਉਹ ਕਾਮ ਰੂਪੀ ਭੂਤ ਆ ਕੇ ਜਿਹੜੀ ਤੀਵੀਂ ਰੂਪ ਹੈ ਨਾ ਇਸਤਰੀ ਹੈ, ਉਹ ਤੀਵੀਂ ਰੂਪ ਟੋਏ ਦੇ ਵਿੱਚ ਲਿਆ ਸੁੱਟਦਾ ਹੈ, ਵਗਾ ਕੇ ਮਾਰਦਾ ਵਿੱਚ। ਤਿਸ ਮਹ ਪਰਿਓ ਮਹਾ ਦੁਖ ਪਾਵਾ, ਉਹਦੇ ਵਿੱਚ ਜੀਵ ਪੈ ਕੇ ਤੇ ਬਹੁਤ ਦੁੱਖ ਪੈਂਦਾ। ਉਹ ਫਿਰ ਇਸਤਰੀ ਦੇ ਮੋਹ ਚੋਂ ਨਹੀਂ ਨਿਕਲਦਾ ਸਾਰੀ ਉਮਰ। ਨਿਕਸਿਓ ਜਾਏ ਨਾ ਜਨਮ ਗਵਾਵਾ, ਸਿੱਖੋ ਇਹ ਜੀਵ ਕੋ ਨਿਕਲਿਆ ਨਹੀਂ ਜਾਂਦਾ, ਜਨਮ ਗਵਾ ਲੈਂਦਾ। ਫਿਰ ਉਹ ਇਸਤਰੀ ਕਰਕੇ ਮਾਂ ਪਿਓ ਨੂੰ ਵੀ ਕੁੱਟੀ ਮਾਰੀ ਜਾਂਦਾ ਹੈ ਤਗੜਾ ਹੋ ਕੇ। ਜਿਨ ਭੋਗੋ ਕਉ ਸੁਖ ਲਖ ਭੋਗੋ, ਜਿਨ੍ਹਾਂ ਭੋਗਾਂ ਪਦਾਰਥਾਂ ਨੂੰ ਸੁਖ ਜਾਣ ਕੇ ਭੋਗਦਾ ਵੀ ਮੇਰੀ ਜ਼ਿੰਦਗੀ ਇਹੀ ਹੈ ਜੋ ਮੈਨੂੰ ਮਿਲ ਰਹੀ ਹੈ ਹੁਣ। ਸੋ ਸਭ ਦੁਖ ਕੋ ਕਾਰਨ ਸੋਗੇ, ਸਿੱਖੋ ਤੇ ਸਾਰੇ ਜਿਹੜੇ ਇਹੋ ਜਿਹੇ ਭੋਗ ਹੈ ਦੁੱਖਾਂ ਦਾ ਕਾਰਨ ਹੀ ਹੈ, ਇਹ ਗਾਮੀ ਹੈ, ਅੰਤ ਨੂੰ ਦੁੱਖ ਹੀ ਦਿੰਦੇ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ, ਘੜੀ ਮੋਹਤ ਕਾ ਰੰਗ ਮਾਨ ਹੈ, ਫਿਰ ਬਹੁਤ ਬਹੁਤ ਪਛਤਾਵੈ। ਇਹ ਘੜੀ ਮੋਹਤ ਦੇ ਰੰਗ ਮਾਨਦਾ ਏ ਭੋਗਾਂ ਦੇ, ਫਿਰ ਬੜਾ ਪਛਤਾਉਂਦਾ, ਕਰੋੜਾਂ ਹੀ ਜਨਮ ਪਾਉਂਦਾ ਇਹੋ ਜਿਹੀ ਕਰਤੂਤ ਕਰਕੇ। ਜਿਉ ਕੰਚਨ ਘਟ ਬਿਖ ਕੋ ਪੂਰਾ, ਇਹਦੀ ਹਾਲਤ ਉਹ ਹੁੰਦੀ ਹੈ ਜਿਵੇਂ ਸੋਨੇ ਦੇ ਘੜੇ ਵਿੱਚ ਜਿਹੜੀ ਜ਼ਹਿਰ ਹੈ ਨਕਾ ਨੱਕ ਮੂੰਹ ਤੱਕ ਭਰੀ ਹੋਵੇ। ਕਰੈ ਪਾਨ ਪਿਖ ਕਾ ਹਰੂਰਾ, ਤੇ ਉਸ ਸੋਨੇ ਦੇ ਘੜੇ ਨੂੰ ਸੋਹਣਾ ਦੇਖ ਕੇ ਵੀ ਸੋਨੇ ਦਾ ਘੜਾ ਬੜਾ ਸੋਹਣਾ ਹੈ, ਇਹਦੇ ਵਿੱਚ ਪਤਾ ਨਹੀਂ ਕਿਹੜੀ ਵਸਤੂ ਪਈ ਹੋਈ ਹੈ ਸ਼ਗਨ ਛਕਾਉਣ ਵਾਲੀ, ਉਹਨੂੰ ਵੇਖ ਕੇ ਤੇ ਪੀ ਲੈਣਾ ਕਰੇ ਵੀ ਗੱਡ ਗੱਡ ਕਰਕੇ ਚੱਕ ਲਵਾਂ ਮੈਂ। ਤਿਉ ਵਿਚਾਰ ਬਿਨ ਸੁੰਦਰ ਨਾਰੀ, ਐਵੇਂ ਇਹ ਸੱਤ ਦੀ ਵਿਚਾਰ ਤੋਂ ਬਿਨਾ ਵੀ ਇਹ ਮੇਰੇ ਲਾਹੇ ਦੀ ਹੈ ਕਿ ਜਾਂ ਨੁਕਸਾਨ ਦੀ ਹੈ। ਐਵੇਂ ਇਸਤਰੀ ਜਿਹੜੀ ਹੈ ਸੁੰਦਰ ਰੂਪ ਵਾਲੀ ਘੜੇ ਦੀ ਨਿਆਈ ਜਾਣ ਕੇ ਭੋਗੇ ਹੋਇਆ ਅਧੀਨ ਦੁਖਕਾਰੀ, ਉਸ ਨਾਲ ਇਹ ਭੋਗ ਸੰਬੰਧ ਕਰਦਾ ਹੈ, ਬੜਾ ਅਧੀਨ ਹੋ ਕੇ ਦੁੱਖ ਕਰਨ ਵਾਲੀ ਜੋ ਹੋ ਜਾਂਦੀ, ਬੜਾ ਦੁਖੀ ਹੁੰਦਾ ਬਾਅਦ ਵਿੱਚ। ਇਹ ਜੁਵਾ ਆਵਈ ਨਿਸਾ ਪਰ ਘੋਰਾ, ਜਵਾਨੀ ਜਵਾ, ਐਵੇਂ ਜਵਾਨੀ ਜਿਹੜੀ ਆਉਂਦੀ ਹੈ ਮਹਾਰਾਜ ਕਹਿੰਦੇ ਤੇ ਜਿਵੇਂ ਬੜੀ ਰਾਤ ਬੜੀ ਸੰਘਣੀ ਭਿਆਨਕ ਆਈ ਹੋਵੇ, ਐਵੇਂ ਜਵਾਨੀ ਆਉਂਦੀ ਇਸ ਉੱਪਰ। ਪੰਜ ਚੋਰ ਕਰਹੀ ਬੜ ਜੋਰਾ, ਜਿਵੇਂ ਸੰਘਣੀ ਰਾਤ ਵਿੱਚ ਚੋਰ ਬੜਾ ਆਪਣਾ ਬਲ ਕਰਦੇ ਆ, ਚੋਰੀ ਕਰਨ ਲਈ ਟੱਪ ਟੱਪ ਕੇ ਆਉਂਦੇ ਆ,
ਐਵੇਂ ਪੰਜ ਜਿਹੜੀ ਜਦੋਂ ਜਵਾਨੀ ਆਉਂਦੀ ਨਾ, ਭਿਆਨਕ ਰਾਤ ਦੀ, ਸੰਘਣੀ ਰਾਤ ਦੀ ਨਿਆਈ, ਇਹ ਜੀਵ ਦੇ ਵਿੱਚ ਪੰਜ ਚੋਰ ਜਿਹੜੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੜਾ ਬਲ ਕਰਕੇ ਹੀ ਆਉਂਦੇ ਜਵਾਨੀ ਵਿੱਚ। ਕਾਮ ਵੀ ਜ਼ਿਆਦਾ, ਕ੍ਰੋਧ ਜ਼ਿਆਦਾ, ਲੋਭ ਜ਼ਿਆਦਾ, ਮੋਹ ਮਾਰੀ ਜਾਂਦਾ ਹੈ, ਹੰਕਾਰ ਤੇ ਬਹੁਤਾ ਹੀ ਚੜਿਆ ਰਹਿੰਦਾ ਹੈ। ਸਤ ਸੰਤੋਖ ਵਿਰਾਗ ਵਿਚਾਰਾ, ਜਿਹੜਾ ਸੱਚ ਬੋਲਣਾ ਹੈ, ਸੰਤੋਖੀ ਰਹਿਣਾ ਹੈ, ਇਸ ਤਰ੍ਹਾਂ ਉਪਰਾਮ ਰਹਿਣਾ ਹੈ, ਉਦਾਸ ਰਹਿਣਾ ਹੈ, ਸਤ ਅਸਤ ਦੀ ਵਿਚਾਰ ਕਰਨੀ, ਜੀਵ ਇਸ਼ ਦੀ ਵਿਚਾਰ ਕਰਨੀ ਹੈ। ਸਾਤ ਆਤਮਾ ਧਨ ਇਹ ਭਾਰਾ, ਆਤਮਾ ਕਹੀਏ ਇਸ ਜੀਵ ਦਾ, ਇਹ ਬੜਾ ਤੇ ਸ਼ਾਂਤੀ ਰੱਖਣੀ, ਮਨ ਦਾ ਟਿਕਾ ਰੱਖਣਾ, ਇਹ ਜੀਵ ਦਾ ਬੜਾ ਭਾਰੀ ਧਨ ਹੈ ਸੀ। ਸਰਬ ਸੋ ਚੋਰ ਖਸੋਟ ਲਜਾਏ, ਇਹ ਜਿਹੜੇ ਪੰਜ ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੇ ਸਾਰਾ ਧਨ ਹੀ ਇਹ ਜੀਵ ਦਾ ਖੋ ਲਿਆ। ਜਨਮ ਮਰਨ ਦਾਰਦ ਦੁਖ ਪਾਈ, ਜਿਸ ਕਰਕੇ ਜੰਮਣ ਮਨ ਰੂਪੀ ਇਹ ਦੁੱਖ ਪਾਉਂਦਾ, ਇਹ ਬੜੀ ਵੱਡੀ ਇਹ ਜੀਵ ਨੂੰ ਦਰਿਦਰੀ ਗਰੀਬੀ ਲੱਗ ਜਾਂਦੀ, ਗਰੀਬ ਹੋ ਜਾਂਦਾ। ਫਿਰ ਤਿਨ ਤਸ ਕਰਤੇ ਹਵੈ, ਇਨ ਤਸ ਕਰਤੇ ਹਵੈ ਜਿਸ ਚੇਤੂ। ਸਿੱਖੋ ਜਿਹੜਾ ਇਹਨਾਂ ਪੰਜ ਚੋਰਾਂ ਤੋਂ ਸੁਚੇਤ ਹੋਵੇਗਾ, ਸਾਵਧਾਨ ਹੋਵੇਗਾ, ਜਿਹੜਾ ਇਹ ਜਾਣ ਲਵੇਗਾ ਵੀ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਦਰਬ ਆਤਮਾ ਰਖਹਿ ਨਿਕੇਤੋ, ਉਹ ਜੀਵ ਆਪਣਾ ਆਤਮਾ ਰੂਪੀ ਧਨ ਨੂੰ ਹਿਰਦੇ ਰੂਪੀ ਘਰ ਵਿੱਚ ਸਾਂਭ ਕੇ ਰੱਖ ਲਏਗਾ। ਧਨ ਸੇ ਨਰ ਪਾਵੈ ਪਦ ਪੂਰੀ, ਉਹ ਪੁਰਸ਼ ਧਨ ਹੈ ਜਿਹੜੇ ਆਤਮਾ ਰੂਪੀ ਧਨ ਨੂੰ ਪਾ ਲੈਂਦੇ ਹੈ, ਉਹ ਧਨਤਾ ਯੋਗ ਹੈ ਜਿਹੜੇ ਐਸੇ ਮਹਾਨ ਪਦ ਨੂੰ ਪਾਉਂਦੇ ਹੈ। ਆਨੰਦ ਬਿਖਾਥਿਤ ਤਿਹ ਬੇਦਰੂਰੀ, ਉਹ ਹਮੇਸ਼ਾ ਆਤਮਿਕ ਆਨੰਦ ਦੇ ਵਿੱਚ ਸਥਿਤ ਰਹਿੰਦੇ ਆ। ਉਹਨਾਂ ਦੀ ਵਿਧੀ ਸੋਹਣੀ ਹੈ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ। ਪਰਮ ਸ਼ਤੁਰ ਇਹ ਜੋ ਬਨ ਜਾਨਹ, ਮਹਾਰਾਜ ਹੋਰ ਕਹਿੰਦੇ ਸਿੱਖੋ, ਇਹ ਜਿਹੜੇ ਹੈ ਨਾ ਪਰਮ ਸ਼ਤਰੂ, ਇਹ ਜਿਹੜੀ ਜਵਾਨੀ ਇਹਨੂੰ ਆਪਣੀ ਵੱਡਾ ਸ਼ਤਰੂ ਜਾਣੋ, ਇਹ ਜਵਾਨੀ ਨੂੰ ਵੱਡਾ ਵੈਰੀ ਜਾਣੋ। ਕਾਮ ਕਰੋ ਦੇਹ ਸ਼ਤੁਰ ਪਛਾਨਹ, ਜਿਹੜਾ ਕਾਮ ਹੈ, ਕ੍ਰੋਧ ਹੈ, ਇਹ ਵੀ ਸ਼ਤਰੂ ਵੈਰੀ ਆਪਣੇ ਪਛਾਣ ਲਓ। ਚੜੀ ਜਵਾਨੀ ਵਿੱਚ ਸਭ ਤੋਂ ਜ਼ਿਆਦਾ ਹਾਵੀ ਕਾਮ ਤੇ ਕ੍ਰੋਧ ਦੀ ਜਵਾਨ ਬੰਦੇ ਨੂੰ, ਉਹ ਗੁੱਸੇਖੋਰਾ ਵੀ ਜ਼ਿਆਦਾ ਬਣਦਾ ਹੈ ਤੇ ਕਾਮੀ ਵੀ ਬਹੁਤਾ ਹੁੰਦਾ, ਰੂਪ ਤੋਂ ਸਿਵਾਏ ਗੱਲ ਕੋਈ ਕਰਦਾ ਹੀ ਨਹੀਂ। ਇਵੇਂ ਪਰਮ ਸਤਰਿ ਜੋ ਬਣ ਜਾਨਹੁ, ਜਵਾਨੀ ਨੂੰ ਆਪਣਾ ਮਹਾਨ ਵੈਰੀ ਜਾਣ ਲਓ ਤੇ ਕਾਮ ਕ੍ਰੋਧ ਇਹ ਛਤਰ ਬਸਾਨੋ। ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹ ਮੰਨੋ ਕਿ ਇਹ ਜਵਾਨੀ ਰੂਪ ਜਿਹੜੀ ਵੈਰਨ ਹੈ, ਇਹਦੇ ਵਿੱਚ ਸ਼ਸਤਰ ਇਹਨੇ ਫੜੇ ਹੋਏ, ਪਛਾਣ ਲਓ। ਬਾਰ ਬਾਰ ਇਹ ਕਰਹਿ ਪਰਹਾਰਾ, ਜਿਵੇਂ ਕੋਈ ਤਿੱਖੇ ਸ਼ਸਤਰ ਲੈ ਕੇ ਵਾਰ-ਵਾਰ ਵਾਰ ਕਰੇ ਤੇ ਅੰਗ ਲਾ ਲੈ ਕੇ ਸੁੱਟੀ ਜਾਂਦਾ ਹੈ, ਇਵੇਂ ਕਾਮ, ਕ੍ਰੋਧ ਵਾਰ-ਵਾਰ ਵਾਰ ਕਰਦੇ ਜੀਵ ਉੱਪਰ। ਕਦੀ ਕਾਮ ਆਪਣਾ ਜ਼ੋਰ ਪਾ ਦਿੰਦਾ ਹੈ, ਕਦੀ ਕ੍ਰੋਧ ਜ਼ੋਰ ਪਾ ਦਿੰਦਾ ਹੈ, ਕਦੀ ਲੋਭ ਜ਼ੋਰ ਪਾ ਦਿੰਦਾ ਹੈ, ਕਦੀ ਮੋਹ ਜ਼ੋਰ ਪਾ ਦਿੰਦਾ, ਕਦੀ ਹੰਕਾਰ ਜ਼ੋਰ ਪਾ ਦਿੰਦਾ ਹੈ। ਇਵੇਂ ਇਹ ਵਾਰ-ਵਾਰ ਜਿਹੜੀ ਜਵਾਨੀ ਰੂਪ ਹੈ ਨਾ, ਜਵਾਨੀ ਵੈਰਨ, ਇਹ ਕਾਮ, ਕ੍ਰੋਧ ਰੂਪੀ ਸ਼ਸਤਰ ਮਾਰਦੀ ਹੈ ਵਾਰ-ਵਾਰ ਇਸ ਜੀਵ ਦੇ। ਖੰਡ ਖੰਡ ਮਨ ਕੋ ਕਰ ਡਾਰਾ, ਜਿਸ ਨੇ ਐਸੇ ਸ਼ਸਤਰ ਮਾਰ-ਮਾਰ ਕੇ ਇਸ ਮਨ ਨੂੰ ਟੋਟੇ-ਟੋਟੇ ਕਰਕੇ ਸੁੱਟ ਦਿੱਤਾ ਹੈ, ਮਨ ਸਾਰਾ ਖੜਾ ਬੜਾ ਹੀ ਦਿੱਤਾ ਹੈ, ਮਨ ਤਾਂ ਹੀ ਤੇ ਲੱਗਦਾ ਨਹੀਂ ਹੈ ਰੱਬ ਦੀ ਸੰਗਤ ਵਿੱਚ। ਜਿਉ ਸਾਵਨ ਹਵਾ ਬਰਖਾ ਭਾਰੀ, ਜਿਵੇਂ ਸਾਵਣ ਦੇ ਮਹੀਨੇ ਵਿੱਚ ਵਰਖਾ ਬੜੀ ਭਾਰੀ ਹੁੰਦੀ ਹੈ। ਸਰਤਾ ਕੋ ਪਰਵਾਹੇ ਬਲਕਾਰੀ, ਜਿੰਨੀਆਂ ਨਦੀਆਂ ਉਹਨਾਂ ਵਿੱਚ ਪਾਣੀ ਦਾ ਪ੍ਰਵਾਹ ਬਹੁਤ ਬਲਕਾਰੀ ਹੋ ਜਾਂਦਾ, ਬੜਾ ਤੇਜ਼ ਪਾਣੀ ਚੱਲਦਾ। ਫਿਰ ਤਿਉ ਜੋ ਬਨ ਕੇ ਆਵਨ ਕਰਕਾ, ਤਿਵੇਂ ਜਿਹੜੀ ਜਵਾਨੀ ਹੈ ਇਹ ਸਾਵਣ ਦੇ ਮੀਂਹ ਵਿੱਚ ਵਰਸਾ ਹੀ ਆ ਰਹੀ ਹੈ, ਮਾਨੋ ਜਵਾਨੀ, ਤਿਵੇਂ ਜਵਾਨੀ ਦੇ ਆਉਣ ਕਰਕੇ। ਤ੍ਰਿਸ਼ਨਾ ਹੋਤ ਅਧਿਕ ਬਲ ਧਰਕਾ, ਤ੍ਰਿਸ਼ਨਾ ਜਿਹੜੀ ਹੈ ਨਾ, ਤ੍ਰਿਸ਼ਨਾ ਰੂਪੀ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਜਵਾਨੀ ਰੂਪ ਨਦੀ ਵਿੱਚ, ਜਿਸ ਕਰਕੇ ਪਾਣੀ ਬਹੁਤ ਬਲ ਧਾਰ ਕੇ ਵਹਿੰਦਾ ਹੈ,
ਰੋੜ ਰੋੜ ਕੇ ਲਈ ਜਾਂਦਾ ਇਸ ਪੁਰਖ ਨੂੰ। ਜਿਉ ਸਾਗਰ ਗੰਭੀਰ ਅਪਾਰੇ, ਜਿਵੇਂ ਸਮੁੰਦਰ ਬੜਾ ਡੂੰਘਾ ਤੇ ਪਾਰਾਵਾਰ ਤੋਂ ਰਹਿਤ ਅਥਾਹ ਹੀ ਹੁੰਦਾ ਹੈ। ਮੱਛ ਕੱਛ ਹੈ ਨਕਰ ਮਝਾਰੇ, ਤੇ ਸਮੁੰਦਰ ਵਿੱਚ ਮੱਛ ਵੀ ਹੁੰਦੇ ਐ, ਕੱਛ ਕੱਛੂ ਵੀ ਹੁੰਦੇ ਐ, ਨਕਰ ਕਹੀਏ ਤੰਦੂਏ ਵਿੱਚ ਹੁੰਦੇ ਐ। ਤਰਨਾ ਕਠਨ ਤਾਹੇ ਕੋ ਹੋਈ, ਐਸੇ ਜਿਸ ਸਮੁੰਦਰ ਵਿੱਚ ਮੱਛ ਕੱਛ ਤੰਦੂਏ ਬੜੇ ਬੜੇ ਵੱਡੇ ਜਲ ਜੰਤੂ ਹੁੰਦੇ ਐ, ਤੇ ਉਸ ਸਮੁੰਦਰ ਡੂੰਘੇ ਨੂੰ ਤਰਨਾ ਬੜਾ ਹੀ ਕਠਿਨ ਔਖਾ ਹੁੰਦਾ ਹੈ। ਚੜਾ ਜਹਾਜ ਪਾਏ ਤਟ ਸੋਈ, ਪਰ ਜਿਹੜਾ ਪੁਰਖ ਸਮੁੰਦਰੀ ਜਹਾਜ਼ ਵਿੱਚ ਚੜ ਜਾਂਦਾ ਹੈ, ਉਹ ਸਮੁੰਦਰ ਦਾ ਪਾਰਲਾ ਕਿਨਾਰਾ ਪਾਈ ਲੈਂਦਾ ਹੈ। ਤਿਉ ਜੋਬਨ ਹੈ ਸਹਤ ਬਿਕਾਰਾ, ਤੇਵੇਂ ਉਹ ਸਮੁੰਦਰ ਦੀ ਨਿਆਈ ਇਹ ਜਵਾਨੀ ਜਿਹੜੀ ਹੈ ਵਿਕਾਰਾਂ ਦੇ ਸਹਿਤ ਹੈ। ਤਰਨਾ ਕਠਨ ਨਾ ਪਾਵਹਿ ਪਾਰਾ, ਤੇਵੇਂ ਸਮਝ ਲਓ ਜਿਹੜੀ ਜਵਾਨੀ ਉਹ ਸਮੁੰਦਰ ਹੈ ਬੜਾ ਡੂੰਘਾ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜੀਵ ਜੰਤੂ ਵਿੱਚ ਰਹਿ ਰਹੇ ਆ ਵਿਕਾਰ ਜਿਹੜੇ ਹੈ, ਤੇ ਜਿਸ ਸਮੁੰਦਰ ਜਵਾਨੀ ਰੂਪ ਸਮੁੰਦਰ ਤੋਂ ਤਰਨਾ ਬਹੁਤ ਹੀ ਕਠਿਨ ਹੈ। ਲੱਖ ਸਤ ਸੰਗਤ ਪੋਤ ਮਹਾਨਾ, ਤਰਨੋਂ ਕਠਿਨ ਨਾ ਪਾਵੇ ਪਾਰਾ। ਇਹ ਜਵਾਨੀ ਰੂਪ ਸਮੁੰਦਰ ਨੂੰ ਤਰਨਾ ਬੜਾ ਕਠਿਨ ਹੈ, ਇਹ ਜੀਵ ਪਾਰਾਵਾਰ ਨਹੀਂ ਪਾਉਂਦਾ ਹੈ। ਲੱਖ ਸਤ ਸੰਗਤ ਪੋਤ ਮਹਾਨਾ, ਇਸ ਕਰਕੇ ਸਿੱਖੋ ਜਿਹੜੀ ਗੁਰੂ ਕੀ ਸੰਗਤ ਹੈ ਨਾ, ਪ੍ਰੇਮ ਭਾਵਨਾ ਨਾਲ ਕਰਨੀ ਹੈ। ਜਿੱਥੇ ਇੱਕ ਨਾਮ ਦਾ ਹੀ ਕਥਨ ਹੁੰਦਾ ਹੈ, ਜਿੱਥੇ ਸਾਧੂ ਸੰਤ ਪਰਮੇਸ਼ਰ ਦੀਆਂ ਕਥਾ ਸੁਣਾਉਂਦੇ ਹੈ, ਉਹ ਸਤਸੰਗ ਜਿਹੜੀ ਹੈ ਉਹ ਤੁਸੀਂ ਜਾਣ ਲਓ ਵੀ ਬੜਾ ਮਹਾਨ ਹੀ ਜਹਾਜ਼ ਹੈ ਸਮੁੰਦਰੀ ਤਗੜਾ। ਸਿਮਰਨ ਨਾਮ ਜਹਾਂ ਬਰਦਵਾਨਾ, ਜਿਹੜਾ ਸਤ ਸੰਗਤ ਵਿੱਚ ਨਾਮ ਦਾ ਸਿਮਰਨ ਕਰਨਾ ਹੈ, ਜਿਹੜਾ ਸਤ ਸੰਗਤ ਵਿੱਚ ਨਾਮ ਨੂੰ ਯਾਦ ਕਰਨਾ, ਨਾਮ ਸਿਮਰਨ ਨਾ ਬਾਰ-ਬਾਰ, ਇਹ ਮਾਨੋ ਸਮੁੰਦਰੀ ਜਹਾਜ਼ ਸਤਸੰਗ ਦੇ ਪੜਦੇ ਹੈ। ਜਿਵੇਂ ਹਵਾ ਨਾਲ ਤੁਰਨ ਵਾਲੇ ਜਹਾਜ਼ ਦੇ ਕੱਪੜੇ ਦੇ ਪਰਦੇ ਹੁੰਦੇ ਸੀ, ਪਹਿਲਾਂ ਇਹੀ ਜਹਾਜ਼ ਸੀ, ਹੁਣ ਤੇ ਜਹਾਜ਼ ਸਾਇੰਟਿਸਟ ਨੇ ਚੰਗੇ ਬਣਾ ਦਿੱਤੇ ਹੈ। ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਸੀ ਵੀ ਵਿੱਚ ਕੱਪੜਾ ਬਣਿਆ ਹੁੰਦਾ ਸੀ ਦੋਵਾਂ ਪਾਸਿਆਂ 'ਤੇ, ਅਤੇ ਜਿਵੇਂ ਆਹ ਹਵਾ ਆਉਣੀ ਪੂਰਬ ਵਾਲਿਆਂ ਪਾਸਿਓਂ ਅਤੇ ਕੱਪੜਾ ਲਾ ਦੇਣਾ ਉੱਧਰਲੇ ਪਾਸੇ, ਉਹਦੇ ਜਹਾਜ਼ ਦਾ ਮੂੰਹ ਪੱਛਮ ਵੱਲ ਕਰ ਦੇਣਾ, ਅਤੇ ਉਹ ਜਦੋਂ ਹਵਾ ਭਰੀ ਜਾਣੀ ਅਤੇ ਜਹਾਜ਼ ਆਪਣੇ ਆਪ ਚੱਲਦੇ ਜਾਣਾ। ਭਾਵ ਜਿੱਧਰੋਂ ਹਵਾ ਆਉਣੀ ਹੈ ਅਤੇ ਕੱਪੜਾ ਬੰਨ੍ਹ ਦੇਣਾ, ਹਵਾ ਨੇ ਉਹ ਦੂਜੇ ਪਾਸੇ ਖੜਨਾ, ਇਵੇਂ ਜਹਾਜ਼ ਦਾ ਮੂੰਹ ਉੱਧਰ ਕਰ ਲੈਣਾ ਅਤੇ ਪਾਰ ਹੋ ਜਾਣਾ। ਇਵੇਂ ਜਿਹੜਾ ਸਤਸੰਗ ਕੀ ਹੈ, ਜਹਾਜ਼ ਦੀ ਨਿਆਈ ਹੈ ਮਹਾਨ। ਜਿਹੜਾ ਉਹਦੇ ਵਿੱਚ ਨਾਮ ਜਪਣਾ ਹੈ, ਇਹ ਮਾਨੋ ਨੂੰ ਕੱਪੜੇ ਲੱਗੇ ਹੋਏ ਹੈ, ਪਰਦੇ ਲੱਗੇ ਹੋਏ ਹੈ, ਜਿਸ ਕਰਕੇ ਉਹਦੇ ਵਿੱਚ ਬੈਠਿਆਂ ਪਾਰ ਲੰਘ ਜਾਈਦਾ ਹੈ। ਤਿਹ ਕੋ ਪਾਵਹਿ ਤਰਹੁ ਸੁਖਾਰੇ, ਉਸ ਸਤ ਸੰਗਤ ਰੂਪੀ ਜਹਾਜ਼ ਨੂੰ ਸੰਗਤ ਜੀ ਪਾਓ, ਤੁਸੀਂ ਸੌਖੇ ਹੀ ਤਰ ਜਾਓਗੇ। ਆਨੰਦ ਪ੍ਰਾਪਤ ਪਾਰ ਕਰਾਰੇ, ਜਿਹੜਾ ਸਤਸੰਗ ਵਿੱਚ ਬੈਠਿਆਂ ਨਾਮ ਦਾ ਆਨੰਦ ਪ੍ਰਾਪਤ ਹੋਣਾ ਹੈ, ਨਾਮ ਜਪਣ ਦਾ, ਇਹ ਇਸ ਜਵਾਨੀ ਦਾ, ਇਹ ਸੰਸਾਰ ਰੂਪੀ ਸਮੁੰਦਰ ਦਾ ਪਾਰਲਾ ਕਿਨਾਰਾ ਹੈ, ਪਾਰ ਕਰਨਾ। ਇਸ ਜਹਾਜ਼ ਬਿਨ ਪਾਰ ਨਾ ਪਾਵੋ, ਇਸ ਸਾਧ ਸੰਗਤ ਰੂਪੀ ਜਹਾਜ਼ ਤੋਂ ਬਿਨਾਂ ਤੁਸੀਂ ਪਾਰ ਨਹੀਂ ਪਾ ਸਕਦੇ। ਕਿੰਨੀ ਮਹਿਮਾ ਹੈ ਸਾਧ ਸੰਗਤ ਦੀ ਭਾਈ। ਨਿਮਰ ਭਾਵ ਹੋਇਆ ਸੇਵ ਕਮਾਵੋ, ਇਵੇਂ ਨਿਮਰਤਾ ਭਾਵ ਵਿੱਚ ਹੋ ਕੇ, ਗਰੀਬੜੇ ਨਿਮਾਣੇ ਹੋ ਕੇ ਗੁਰੂ ਕੀ ਸਤ ਸੰਗਤ ਦੀ ਸੇਵਾ ਕਮਾਓ, ਗੁਰੂ ਦੀ ਸੇਵਾ ਕਮਾਓ ਭਾਈ। ਦੋਹਰਾ ਇਸ ਤਰ੍ਹਾਂ ਸਾਧ ਸੰਗਤ ਦੀ ਜਿਹੜੀ ਜਵਾਨੀ ਦੀ ਅਵਸਥਾ ਤੋਂ ਪਾਰ ਲੰਘਣ ਲਈ ਮਹਾਰਾਜ ਨੇ ਸਤ ਸੰਗ ਦੱਸੀ ਹੈ। ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਵੀ ਗੁਰੂ ਕੀ ਸਤ ਸੰਗ ਹੀ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਪਿੰਗਲਾ ਜੇ ਸਤ ਸੰਗ ਕਰੇ ਤੇ ਸਾਧ ਸੰਗਤ ਜੀ ਉਹ ਵੀ ਵੱਡੇ ਵੱਡੇ ਪਹਾੜਾਂ ਨੂੰ ਪਾਰ ਲੰਘ ਜਾਂਦਾ ਹੈ। ਜੇ ਜਿਹੜਾ ਮੂਰਖ ਸਤਸੰਗ ਕਰੇ ਉਹ ਵੱਡੇ ਵੱਡੇ ਭਗਤਿਆਂ ਨੂੰ ਬੋਲਣਾ ਬੰਦ ਕਰਾ ਦਿੰਦਾ ਹੈ, ਉਹ ਉਹਨਾਂ 'ਚ ਐਸੀ ਕਲਾ ਵਰਤ ਜਾਂਦੀ ਹੈ। ਇਹ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਇਹ ਸਤਸੰਗ ਦੀ ਮਹਿਮਾ ਹੈ। ਇਹ ਧੰਨ ਹਨ ਰੂਹਾਂ ਜਿਹੜੀ ਗੁਰੂ ਕੀਆਂ ਸੰਗਤ ਕਰਦੀਆਂ। ਮਹਾਰਾਜ ਕਿਰਪਾ ਕਰਨ ਸਾਨੂੰ ਵੀ ਸਤਸੰਗ ਦੀਆਂ ਘੜੀਆਂ ਬਖਸ਼ਣ, ਜਿਸ ਕਰਕੇ ਸਤਸੰਗ 'ਚ ਬੈਠ ਕੇ ਰੱਬ ਦਾ ਨਾਮ ਜਪ ਸਕੀਏ। ਭਾਵੇਂ ਕੋਈ ਕਿੰਨੇ ਸਾਧਨ ਕਰ ਲਏ, ਉਹ ਆਪਣੇ ਆਪ ਨੂੰ ਕਿੰਨਾ ਜਪੀ ਤਪੀ ਸਮਝੇ, ਭਗਤੀ ਵਾਲਾ ਸਮਝੇ, ਪਰ ਜਿਹੜਾ ਸਤਸੰਗ 'ਚ ਬਹਿ ਕੇ ਜਪਣਾ ਉਹਦੀ ਕਲਾ ਵੱਖਰੀ ਹੈ। ਕਿਉਂਕਿ
ਸਾਧ ਸੰਗ 'ਚ ਉਹੀ ਬਹਿ ਸਕਦਾ ਜਿਹੜਾ ਮਾਣ ਤੋਂ ਰਹਿਤ ਹੈ। ਜਿਹੜਾ ਮਾਣ ਤੋਂ ਰਹਿਤ ਨਹੀਂ ਹੈ ਉਹ ਨਹੀਂ ਬਹਿ ਸਕਦਾ। ਇੱਥੇ ਤੇ ਮਾਣ ਤੋਂ ਰਹਿਤ ਸਾਰੇ, ਕੋਈ ਕਿਸੇ ਜਾਤੀ ਦਾ, ਕੋਈ ਕਿਸੇ ਜਾਤੀ ਦਾ, ਇਵੇਂ ਬੈਠੂਗਾ। ਫਿਰ ਜਿਹੜਾ ਕੋਈ ਸਾਧਨਾ ਕਰਨ ਵਾਲਾ ਨੂੰ ਮਾਣ ਹੁੰਦਾ ਵੀ ਮੈਂ ਤਾਂ ਇੰਨੇ ਜਿਹੜਾ ਸਿਮਰਨ ਕਰਦਾ, ਇੰਨੀ ਭਗਤੀ ਕਰਦਾ, ਮੈਂ ਇੱਥੇ ਕਿਵੇਂ ਬਹਿ ਸਕਦਾ। ਜਿਹੜਾ ਇੱਥੇ ਬੈਠੂਗਾ ਉਹਦੇ ਅੰਦਰ ਨਿਮਰਤਾ ਰਹਿੰਦੀ ਹੈ। ਉਹ ਜਿਵੇਂ ਦੂਜੀ ਸੰਗਤ ਬੈਠੀ ਹੁੰਦੀ ਹੈ ਉਹ ਆਪਣੇ ਆਪ ਨੂੰ ਵੀ ਬਰਾਬਰ ਦਾ ਸਮਝਦਾ। ਜਿਹੜਾ ਬਹਿੰਦਾ ਨਹੀਂ ਉਹਨੂੰ ਐਵੇਂ ਲੱਗਦਾ ਵੀ ਮੈਂ ਵੱਖਰਾ ਹੀ ਹਾਂ, ਮੈਨੂੰ ਪਤਾ ਨਹੀਂ ਮੈਂ ਜ਼ਿਆਦਾ ਕੁਝ ਕਰਦਾ ਵੱਖਰਾ ਇਕੱਲਾ ਰਹਿ ਕੇ, ਇਵੇਂ ਉਹ ਪ੍ਰਤੀਤ ਹੁੰਦਾ। ਸਾਧ ਸੰਗਤ ਦੀ ਮਹਿਮਾ ਗੁਰੂ ਸਾਹਿਬ ਜੀ ਨੇ ਜਣਾਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਹੈ। ਉਹਨਾਂ ਜਿੰਨੀ ਸਮਾਧੀ ਕੌਣ ਲਾ ਸਕਦਾ। ਜੋ ਗੁਰੂ ਮਹਾਰਾਜ ਆਪ ਸਾਧ ਸੰਗਤ 'ਚ ਬੈਠ ਕੇ ਤੇ ਸੰਗਤ ਕਰਦੇ ਰਹੇ ਹੈ, ਦੂਸਰਿਆਂ ਕੋ ਕਰਾਉਂਦੇ ਰਹੇ ਹੈ, ਉਪਦੇਸ਼ ਮਹਾਰਾਜ ਕਰਦੇ ਰਹੇ ਹੈ। ਇਹੀ ਉਪਦੇਸ਼ ਗੁਰੂ ਸਾਹਿਬ ਜੀ ਜਿੱਥੇ ਜਿੱਥੇ ਗਏ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਕਿਹਾ, ਪੁਰਖਾ ਹੁਣ ਤੁਸੀਂ ਬ੍ਰਹਮ 'ਚ ਲੀਨ ਹੋ ਗਏ ਹੋ, ਆਪ ਬ੍ਰਹਮ ਗਿਆਨੀ, ਆਪ ਪਰਮੇਸ਼ਰ ਹੀ ਹੈ। ਪਰ ਤੁਸਾਂ ਨੇ ਜਿਹੜੀ ਰਹੁ ਰੀਤੀ ਹੈ, ਸਾਡੀ ਜੋ ਰੀਤੀ ਚਲਾਈ ਹੋਈ ਸਤਸੰਗ ਕਰਨੀ, ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ, ਇਹ ਨਹੀਂ ਛੱਡਣਾ ਹੈ। ਉਸੇ ਤਰ੍ਹਾਂ ਅਭਿਆਸ ਜਾਰੀ ਰੱਖਣਾ। ਇਸੇ ਤਰ੍ਹਾਂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਹੈ ਕਿ ਭਾਈ ਬਚਪਨਾ ਜਿਹੜਾ ਹੈ ਉਹ ਵੀ ਨਾਮ ਜਪਣ ਲਈ ਮਿਲਿਆ ਹੈ, ਜਵਾਨੀ ਵੀ ਨਾਮ ਜਪਣ ਨੂੰ ਮਿਲੀ ਹੈ, ਇਸੇ ਤਰ੍ਹਾਂ ਵਡੇਪਾ ਨਾਮ ਜਪਣ ਨੂੰ ਮਿਲਿਆ ਹੈ। ਅਸੀਂ ਇਸੇ ਵਿੱਚ ਨਾਮ ਜਪੀਏ, ਬਹਾਨੇ ਨਾ ਮਾਰੀਏ। ਹਜੇ ਤਾਂ ਛੋਟਾ ਜੀ, ਪੜ੍ਹਨ ਦੀ ਉਮਰ ਹੈ। ਉਹ ਕਈ ਬੱਚਿਆਂ ਨੂੰ ਸੁਣੀਦਾ, ਉਹਨਾਂ ਛੋਟਿਆਂ ਨੂੰ ਗਾਣੇ ਪੂਰੇ ਇਹਨਾਂ ਨੂੰ ਯਾਦ ਹੈ, ਅਤੇ ਮੂਲ ਮੰਤਰ ਕਿਸੇ ਨੂੰ ਪੁੱਛ ਲਓ ਅਤੇ ਉਹ ਮੁੜ ਕੇ ਏਕ ਓਂਕਾਰ, ਏਕ ਓਂਕਾਰ, ਕਦੀ ਕੋਈ ਅਤੇ ਕਦੀ ਕੁਝ। ਉਹ ਮੂਲ ਮੰਤਰ ਨਹੀਂ ਆਉਂਦਾ, ਗਾਣਾ ਪੂਰਾ ਉਹਨਾਂ ਨੂੰ ਆਉਂਦਾ ਹੈ। ਅਸਲ ਵਿੱਚ ਜਿਹੜੇ ਮਾਪੇ ਹੈ ਉਹ ਵੀ ਵਿਚਾਰੇ ਇਹ ਕਹਿੰਦੇ, ਪੁੱਤ ਗਾਣਾ ਸੁਣਾ ਹਾਂ। ਉਹ ਇਹ ਨਹੀਂ ਕਹਿੰਦੇ ਕਿ ਪੁੱਤਰ ਤੂੰ ਮੂਲ ਮੰਤਰ ਸੁਣਾ, ਪੁੱਤਰ ਤੂੰ ਗੁਰ ਮੰਤਰ ਸੁਣਾ, ਜਾਂ ਜਪਜੀ ਸਾਹਿਬ ਦੀ ਇੱਕ ਪੌੜੀ ਪੜ੍ਹ, ਤੂੰ 35, 38, 40 ਦਿਨਾਂ 'ਚ ਜਪਜੀ ਸਾਹਿਬ ਸਿੱਖ ਜਾਏਗਾ। ਉਹ ਇਹ ਨਹੀਂ ਕਹਿੰਦੇ। ਉਹ ਆਪ ਹੀ ਕਹਿੰਦੇ, ਪੁੱਤਰ ਉਹ ਜਿਹੜੀ ਉਦਣ ਤੂੰ ਸੁਣਾਈ ਸੀ ਗੱਲ ਅੱਜ ਫੇਰ ਸੁਣਾ ਹਾਂ। ਇਹ ਜੀ ਸਾਡਾ ਮੁੰਡਾ ਨਾ ਬਹੁਤ ਸੋਹਣਾ ਗਾਉਂਦਾ ਹੈ। ਉਹ ਆਪਣੇ ਕਸੂਰ ਹੈ। ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀਏ, ਬਚਪਨ ਨੂੰ ਵੀ ਗੁਰੂ ਕੇ ਚਰਨਾਂ 'ਚ ਲਾਈਏ, ਤਾਂ ਹੀ ਮਹਾਰਾਜ ਗੁਰਬਾਣੀ ਕਹਿੰਦੀ ਹੈ, ਨਾ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਭਗਤ ਜੀ ਵੀ 5 ਸਾਲ ਦੇ ਸਨ, ਅਤੇ ਭਗਤ ਪ੍ਰਹਿਲਾਦ ਜੀ ਵੀ 5 ਸਾਲ ਦੀ ਉਮਰ ਵਿੱਚ ਹੀ ਪੜ੍ਹਨਾ ਸ਼ੁਰੂ ਕੀਤਾ ਸੀ, ਨਾਮ ਜਪਣਾ ਸ਼ੁਰੂ ਕੀਤਾ ਸੀ। ਤਾਂ ਮਹਾਰਾਜ ਕਹਿੰਦੇ ਵੀ ਉਹਨਾਂ ਵਾਂਗੂ ਨਾਮ ਜਪੋ ਜਿਵੇਂ ਉਹਨਾਂ ਨੇ ਨਾਮ ਜਪਿਆ ਹੈ, ਸਰੀਰ ਦੀ ਪਰਵਾਹ ਨਹੀਂ ਕੀਤੀ ਹੈ। ਅਸੀਂ ਤਾਂ ਕਹਿੰਦੇ ਜੇ 8 ਸਾਲ ਦੀ ਨੂੰ ਸੁਰਤ ਹੀ ਨਹੀਂ ਆਈ, 13 ਸਾਲ ਦਾ ਹੋ ਜਾਂਦਾ ਫਿਰ ਸੁਰਤ ਨਹੀਂ ਕਹਿੰਦੇ ਆਈ। ਹੁਣ ਜੀ ਨੇ ਪੜ੍ਹਨਾ ਹੈ, ਹੁਣ ਜੀ ਸਕੂਲ ਤੋਂ ਟਾਈਮ ਨਹੀਂ ਮਿਲਦਾ ਹੈ। ਇਹ ਪਰਮਾਰਥ ਦੇ ਜਿਹੜੇ ਮਾਰਗ ਦੇ ਜਿਹੜੇ ਮਾਂ ਪਿਓ ਪਾਉਂਦੇ, ਉਹਦੇ ਧਨ ਹੈ। ਤੈਨੂੰ ਧਨ ਜਣੇ ਦੀ ਮਾਓ ਆਏ ਸਫਲ ਸੇ। ਉਹ ਮਾਵਾਂ ਧਨ ਹੈ ਜਿਹੜੀਆਂ ਬੰਦਗੀ ਵੱਲ ਲਾਉਂਦੀਆਂ ਆਪਣੇ ਸਪੁੱਤਰਾਂ ਨੂੰ। ਬਾਬਾ ਫਰੀਦ ਜੀ ਦੇ ਮਾਤਾ ਜੀ ਵੀ ਉਹ ਵੇਖ ਲਓ ਵੀ ਮਿਸ਼ਰੀ ਦੇ ਕੇ ਬਾਬਾ ਫਰੀਦ ਜੀ ਨੂੰ ਸ਼ੱਕਰ ਦੇ ਕੇ, ਖੰਡ ਦੇ ਕੇ ਅਤੇ ਭਗਤੀ ਕਰਨ ਵਾਸਤੇ ਲਾਇਆ ਕਿ ਪੁੱਤਰ ਤੂੰ ਭਗਤੀ ਕਰਿਆ ਕਰ, ਤੈਨੂੰ ਖੁਦਾ ਮਿਸ਼ਰੀ ਦਊਗਾ। ਬਾਬਾ ਫਰੀਦ ਜੀ ਨੂੰ ਮਿਸ਼ਰੀ ਦੇ ਨਾਲ ਲਾ ਦਿੱਤਾ। ਉਹ ਫਿਰ ਬਾਬਾ ਫਰੀਦ ਜੀ ਉਸੇ ਤਰ੍ਹਾਂ ਹੀ ਜਿਹੜਾ ਬੰਦਗੀ ਕਰਦੇ ਰਹੇ। ਇੱਕ ਦਿਨ ਐਸੀ ਕਲਾ ਵਰਤੀ ਕਿ ਮਾਤਾ ਜੀ ਨੂੰ ਮਿਸ਼ਰੀ ਰੱਖਣ ਦਾ ਚੇਤਾ ਭੁੱਲ ਗਿਆ। ਹੁਣ ਪਰਮੇਸ਼ਰ ਦੇ ਧਨ ਹੀ ਹੈ ਨਾ, ਕਿ ਉਹਨੇ ਥੋੜ੍ਹੀ ਵੇਖਣਾ ਵੀ ਮਾਤਾ ਭੁੱਲ ਗਏ ਅਤੇ ਅਸੀਂ ਨਹੀਂ ਸਾਰ ਪੁੱਛਣੀ ਹੈ ਬੰਦਗੀ ਵਾਲਿਆਂ ਦੀ। ਖੁਦਾ ਨੇ ਕਲਾ ਵਰਤਾਈ ਵੀ ਅੱਜ ਮਾਤਾ ਜੀ ਨੂੰ ਚੇਤਾ ਅਤੇ ਅੱਜ ਮਿਸ਼ਰੀ ਇੱਥੇ ਕਰ ਦੇਣੀ ਹੈ। ਉਹ ਜਿਹੜਾ ਮੁਸੱਫਾ ਵਿਛਾਉਂਦੇ ਸੀ ਅਤੇ ਉਹ ਵਿਛਾਇਆ, ਅਤੇ ਜਦੋਂ ਬਾਬਾ ਫਰੀਦ ਜੀ ਬੰਦਗੀ ਕਰਕੇ ਉਹ ਜਿਹੜਾ ਮੁਸੱਫਾ ਚੁੱਕਿਆ ਹੈ, ਥੱਲੇ ਕੀ ਵੇਖਿਆ, ਉਹਦੇ ਕੇ ਮਿਸ਼ਰੀ ਸਾਰੀ ਬਣੀ ਪਈ। ਫਿਰ ਤਾਂ ਬਾਬਾ ਫਰੀਦ ਜੀ ਇੰਨੇ ਪ੍ਰਸੰਨ ਹੋਏ, ਉਸ ਦਿਨ ਤੋਂ ਲਿਵ ਲੱਗ ਗਈ, ਬੰਦਗੀ ਸ਼ੁਰੂ ਕਰ ਦਿੱਤੀ। ਇਵੇਂ ਸਾਧ ਸੰਗਤ ਜੀ ਉਹ ਮਾਵਾਂ ਧਨ ਹਨ ਜਿਹੜੀ ਬੰਦਗੀ ਵਿੱਚ ਲਾਉਂਦੀਆਂ। ਉਹ ਮਾਂ ਪਿਓ ਨੂੰ ਨਮਸਕਾਰ ਹੈ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ। ਉਹ ਮਾਂ ਪਿਓ ਧੰਨ ਹਨ। ਮਾਰੇ ਕਿਰਪਾ ਕਰਨ ਸਾਨੂੰ ਬੰਦਗੀ ਵੱਲ ਲਾਉਣ।
ਸੱਚੇ ਪਾਤਸ਼ਾਹ ਦੀ ਸਤ ਸੰਗਤ ਕਰੀਏ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਖੇਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਤਿਹ ਕੋ ਪਾਵਹੁ ਤਰਹੁ ਸਖਾਰੇ, ਆਨੰਦ ਪਰਾਪਤ ਪਾਰ ਕਰਾਰੇ। ਇਸ ਜਹਾਜ ਬਿਨ ਪਾਰ ਨਾ ਪਾਵਹੁ, ਨਿਮਰ ਭਾਵਹੁ ਸੇਵ ਕਮਾਵਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।